start? You can start, ma'am. Yes, sir. Right. A very good afternoon to all of you. Department of Technical Education and Industrial Training Punjab ਦੇ ਨਿਮੀ ਚੈਨਲ ਵਿੱਚ ਚਲਾਏ ਜਾ ਰਹੇ ਪੰਜਾਬੀ ਚੈਨਲ ਤੇ ਆਪ ਸਭ ਦਾ ਸਵਾਗਤ ਕਰਦੀ ਹਾਂ। ਅੱਜ ਦਾ ਟੌਪਿਕ ਹੈ what is school management? What is school management ਦਾ ਅੱਜ ਦਾ ਟੌਪਿਕ ਹੈ। ਇਸ ਵਿੱਚ ਅਸੀਂ ਗੱਲ ਕਰਾਂਗੇ ਸਕੂਲ ਦੀ ਔਰ ਸਕੂਲ ਦੀ ਮੈਨੇਜਮੈਂਟ ਦੀ। ਸਭ ਤੋਂ ਪਹਿਲਾਂ ਅਸੀਂ ਜਾਣਦੇ ਹਾਂ ਕਿ ਸਕੂਲ ਮੈਨੇਜਮੈਂਟ ਹੁੰਦੀ ਕੀ ਹੈ। What is school management? School management is a process of leading the school towards development through not only the optimum uses of human resources, physical resources, principle of concept that help to achieve all objectives of school. ਸਕੂਲ ਪ੍ਰਬੰਧਨ, ਸਕੂਲ ਪ੍ਰਬੰਧਨ ਹੈ ਕੀ? ਸਕੂਲ ਪ੍ਰਬੰਧਨ ਨਾ ਸਿਰਫ ਮਨੁੱਖੀ ਸਰੋਤਾਂ, ਸਰੀਰਕ ਸਰੋਤਾਂ, ਸਿਧਾਂਤਾਂ ਅਤੇ ਸੰਕਲਪਾਂ ਦੀ ਸਰਬੋਤਮ ਵਰਤੋਂ ਦੁਆਰਾ ਸਕੂਲ ਦੇ ਵਿਕਾਸ ਵੱਲ ਲੈ ਕੇ ਜਾਣ ਦੀ ਇੱਕ ਪ੍ਰਕਿਰਿਆ ਹੈ। Management comprises planning, organizing, staffing, leading, or directing and controlling an organization or effort for the purpose of accomplishing a goal. Organization ਕੀ ਹੁੰਦੀ ਹੈ? A group of one or more people or entities. Management ਕੀ ਹੈ? Management ਦੇ ਵਿੱਚ planning, ਪ੍ਰਬੰਧਨ, ਨਿਰਦੇਸ਼ਨ ਅਤੇ ਇੱਕ ਸੰਗਠਨ ਨੂੰ ਕੰਟਰੋਲ ਕਰਨਾ ਸ਼ਾਮਿਲ ਹੁੰਦਾ ਹੈ ਔਰ ਉਹ efforts ਜਾਂ ਕੋਸ਼ਿਸ਼ਾਂ ਸ਼ਾਮਿਲ ਹੁੰਦੇ ਹਨ ਜੋ ਕਿ ਇੱਕ ਗੋਲ ਨੂੰ ਜਾਂ ਇੱਕ ਟੀਚੇ ਨੂੰ ਟਾਰਗੇਟ ਨੂੰ ਪੂਰਾ ਕਰਦੇ ਹਨ। ਇਸ ਤਰ੍ਹਾਂ ਸਕੂਲ ਪ੍ਰਬੰਧਨ ਤੋਂ ਭਾਵ ਸਕੂਲ ਦੇ ਸਾਰੇ ਕੰਮਾਂ ਨੂੰ ਸਮੁੱਚੇ ਢੰਗ ਨਾਲ ਚਲਾਉਣਾ ਹੈ ਜਿਨ੍ਹਾਂ ਰਾਹੀਂ ਮਿੱਥੇ ਹੋਏ ਉਦੇਸ਼ਾਂ ਦੀ ਪ੍ਰਾਪਤੀ ਹੋ ਸਕੇ। ਇੱਕ ਸਕੂਲ ਦੇ ਪ੍ਰਬੰਧਨ ਦੇ ਕੰਮ ਵਿੱਚ ਮੀਨਸ ਸਕੂਲ ਮੈਨੇਜਮੈਂਟ ਕਰਦੇ ਸਮੇਂ ਇਹਨਾਂ ਸਭ ਗੱਲਾਂ ਦਾ ਧਿਆਨ ਰੱਖਿਆ ਜਾਂਦਾ ਹੈ ਕਿ ਸਕੂਲ ਕਿੱਥੇ ਬਣਾਉਣਾ ਹੈ, ਇਸ ਲਈ ਕਿੰਨੀ ਜਗ੍ਹਾ ਦੀ ਜ਼ਰੂਰਤ ਹੋਏਗੀ, ਇਮਾਰਤ ਕਿਸ ਤਰ੍ਹਾਂ ਦੀ ਬਣੇਗੀ, ਇਮਾਰਤ ਦੇ ਵਿੱਚ ਕਮਰੇ ਕਿੰਨੇ ਬਣਾਉਣੇ ਹਨ, ਦਫ਼ਤਰ ਕਿੱਥੇ ਬਣਾਇਆ ਜਾਵੇ, ਖੇਲ ਦੇ ਮੈਦਾਨ ਕਿੰਨੇ ਅਤੇ ਕਿੱਥੇ ਬਣਾਉਣ ਦੀ ਜ਼ਰੂਰਤ ਹੈ, ਫਰਨੀਚਰ ਅਤੇ ਹੋਰ ਮਸ਼ੀਨਰੀ ਦੀ ਕਿੰਨੀ ਲੋੜ ਹੈ ਆਦਿ। ਜਿਸ ਦਾ ਮਤਲਬ ਹੈ ਮਾਨਵੀ ਅਤੇ ਭੌਤਿਕ ਸਾਧਨਾਂ ਦੇ ਰਾਹੀਂ ਸਕੂਲ ਨੂੰ ਹੋਂਦ ਵਿੱਚ ਲਿਆਉਣਾ ਹੀ ਸਕੂਲ ਪ੍ਰਬੰਧਨ ਹੈ, ਜਿਸ ਲਈ ਨਿਰੰਤਰ ਕੰਮ ਕਰਦੇ ਰਹਿਣ ਦੀ ਲੋੜ ਪੈਂਦੀ ਹੈ। ਇੱਕ ਇੰਜੀਨੀਅਰ ਨਰਿੰਦਰ ਧੀਰ ਅਨੁਸਾਰ ਚੰਗਾ ਸਕੂਲ ਪ੍ਰਬੰਧਨ ਉਹ ਹੈ ਜਿਸ ਵਿੱਚ ਉਪਲਬਧ ਸਾਧਨਾਂ ਦਾ 100% ਅਸੀਂ ਯੂਜ਼ ਕਰਦੇ ਹਾਂ ਔਰ ਜਿਸ ਦਾ ਮਤਲਬ ਹੈ ਘੱਟ ਤੋਂ ਘੱਟ ਸਮੇਂ ਵਿੱਚ ਘੱਟ ਯਤਨਾਂ ਨਾਲ ਜਾਂ ਘੱਟ ਖਪਤ ਨਾਲ ਵੱਧ ਤੋਂ ਵੱਧ ਤੇ ਵਧੀਆ ਉਪਲਬਧੀਆਂ ਹੋ ਸਕਣ। ਸੋ ਇਹ ਸੀ ਸਕੂਲ ਮੈਨੇਜਮੈਂਟ। ਵਾਟ ਇਜ਼ ਸਕੂਲ ਮੈਨੇਜਮੈਂਟ? ਹੁਣ ਅਸੀਂ ਜਾਣਦੇ ਹਾਂ ਸਕੂਲ ਅਤੇ ਮੈਨੇਜਮੈਂਟ ਬਾਰੇ ਅਲੱਗ-ਅਲੱਗ ਤਰੀਕੇ ਦੇ ਨਾਲ। ਸਕੂਲ ਹੈ ਕੀ ਆ? ਜਿਸ ਤਰ੍ਹਾਂ ਕਿ ਇਸ ਡਾਇਗ੍ਰਾਮ ਦੇ ਵਿੱਚ ਦਿਖਾਇਆ ਗਿਆ ਹੈ, ਸਕੂਲ ਜੋ ਹੈ ਜਿਸ ਨੂੰ ਅਸੀਂ ਸਿੱਖਿਆ ਦਾ ਮੰਦਰ, ਇੱਕ ਸੰਸਥਾ, ਸਿੱਖਣ ਦੀ ਜਗ੍ਹਾ ਜਾਂ ਦੂਜੀ ਫੈਮਿਲੀ ਦੇ ਤੌਰ ਤੇ ਵੀ ਕਹਿ ਸਕਦੇ ਹਾਂ। ਸਕੂਲ ਦਾ ਨਿਰਮਾਣ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕਰਨ ਲਈ ਕੀਤਾ ਜਾਂਦਾ ਹੈ। ਸਿੱਖਿਆ ਰਾਹੀਂ ਵਿਸ਼ਾਲ ਉਦੇਸ਼ਾਂ ਦੀ ਪ੍ਰਾਪਤੀ ਹੁੰਦੀ ਹੈ। ਇਸ ਮੰਤਵ ਨੂੰ ਪੂਰਾ ਕਰਨ ਲਈ ਕਾਰਜਸ਼ੀਲਤਾਵਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ। ਇੱਕ ਸਕੂਲ ਦੇ ਪ੍ਰਬੰਧ ਲਈ ਦੀ ਲੋੜ ਪੈਂਦੀ ਹੈ ਇਹਨਾਂ ਕਾਰਜਾਂ ਨੂੰ ਪੂਰਾ ਕਰਨ ਲਈ। ਇਸ ਲੋੜ ਨੂੰ ਪੂਰਾ ਕਰਨ ਲਈ ਵੱਖ-ਵੱਖ ਕਿਸਮ ਦੀ ਕਾਰਜਸ਼ੀਲਤਾ ਤੇ ਕੰਮ ਰਾਹੀਂ ਉਚਿਤ ਵਾਤਾਵਰਣ ਪੈਦਾ ਕੀਤਾ ਜਾਂਦਾ ਹੈ, ਤਦ ਜਾ ਕੇ ਇੱਕ ਸਕੂਲ ਦਾ ਨਿਰਮਾਣ ਹੁੰਦਾ ਹੈ। ਹੁਣ ਜਾਣਦੇ ਹਾਂ ਮੈਨੇਜਮੈਂਟ ਕੀ ਹੈ। ਮੈਨੇਜਮੈਂਟ ਮੀਨਸ ਮੈਨੇਜਮੈਂਟ ਇਜ਼ ਟੂ forecast, management is to organize, is to forecast, is to command, is to ਇਹ ਸਾਰੀਆਂ ਜਿੰਨੀਆਂ ਵੀ ਡਾਇਗ੍ਰਾਮ ਦੇ ਵਿੱਚ ਦਿਖ ਰਹੇ ਆ ਤੁਹਾਨੂੰ ਇਹ ਮੈਨੇਜਮੈਂਟ ਦੀਆਂ ਹੀ ਡੈਫੀਨੇਸ਼ਨਸ ਹਨ ਕਿ ਮੈਨੇਜਮੈਂਟ ਹੈ ਕੀ। ਮੈਨੇਜਮੈਂਟ ਦਾ ਪੰਜਾਬੀ ਅਰਥ ਹੈ ਪ੍ਰਬੰਧਨ, ਜਿਸ ਵਿੱਚ ਕੰਟਰੋਲ ਮੀਨਸ ਨਿਯੰਤਰਣ, ਫੋਰਕਾਸਟ ਪਲੈਨਿੰਗ ਭਵਿੱਖਬਾਣੀ ਤੇ ਯੋਜਨਾ, ਸੰਗਠਿਤ ਕਮਾਂਡ ਅਤੇ ਕੋਆਰਡੀਨੇਟ ਮੀਨਸ ਤਾਲਮੇਲ ਸ਼ਾਮਿਲ ਹੁੰਦੇ ਹਨ। ਜਿਵੇਂ ਕਿ ਪਹਿਲਾਂ ਦੱਸਿਆ ਗਿਆ ਹੈ ਕਿ ਮੈਨੇਜਮੈਂਟ ਦਾ ਅਰਥ ਉਹਨਾਂ ਸਭ ਸਾਧਨਾਂ ਤੇ ਉਪਕਰਨਾਂ ਨੂੰ ਇੱਕ ਥਾਂ ਉੱਤੇ ਟਿਕਾ ਕੇ ਰੱਖਣਾ
ਜਿਹੜੇ ਕਿਸੇ ਉਦੇਸ਼ ਦੀ ਪ੍ਰਾਪਤੀ ਲਈ ਜ਼ਰੂਰੀ ਹੁੰਦੇ ਹਨ। ਇਹਨਾਂ ਉਦੇਸ਼ਾਂ ਦੀ ਪ੍ਰਾਪਤੀ ਲਈ ਕੰਟਰੋਲ, ਪਲੈਨਿੰਗ, ਫੋਰਕਾਸਟਿੰਗ, ਆਰਗੇਨਾਈਜੇਸ਼ਨ, ਕਮਾਂਡ ਅਤੇ ਕੋਆਰਡੀਨੇਸ਼ਨ ਦੀ ਲੋੜ ਹੁੰਦੀ ਹੈ। ਨੈਕਸਟ ਅਸੀਂ ਪੜਾਂਗੇ ਇੰਪੋਰਟੈਂਸ ਆਫ ਮੈਨੇਜਮੈਂਟ। ਇੰਪੋਰਟੈਂਸ ਆਫ ਮੈਨੇਜਮੈਂਟ ਮੀਨਸ ਕਿ ਮੈਨੇਜਮੈਂਟ ਦੀ ਜਿਹੜੀ ਮਹੱਤਤਾ ਕੀ ਹੈ, ਮੈਨੇਜਮੈਂਟ ਕਿਉਂ ਜ਼ਰੂਰੀ ਹੈ। Every industry is becoming smart in these days by implementing high-end technologies. ਕੀ ਹੋ ਰਿਹਾ ਅੱਜ ਕੱਲ, ਹਰ ਉਦਯੋਗ, ਹਰ ਚੀਜ਼ ਜਿਹੜੀ ਆ ਹਰ ਤਰੱਕੀ ਕਰ ਰਹੀ ਹੈ। ਅੱਜ ਕੱਲ ਬਹੁਤ ਹਾਈ ਐਂਡ ਟੈਕਨੋਲੋਜੀਜ਼ ਮੀਨਸ ਤਕਨੀਕਾਂ ਨੂੰ ਲਾਗੂ ਕਰਕੇ ਸਮਾਰਟ ਬਣ ਰਹੇ ਹਨ। ਐਂਡ ਸਕੂਲਸ ਐਂਡ ਕਾਲਜਿਸ ਆਰ ਨਾਟ ਐਨ ਐਕਸੈਪਸ਼ਨ ਟੂ ਦਿਸ ਟ੍ਰੈਂਡ। ਤੇ ਸਕੂਲ ਤੇ ਕਾਲਜਿਸ ਵੀ ਇਸ ਟ੍ਰੈਂਡ ਤੋਂ ਵਾਂਝੇ ਨਹੀਂ ਹਨ। Majority of the schools become smart already. ਪਹਿਲਾਂ ਹੀ ਕਾਫੀ ਜਿਹੜੇ ਸਕੂਲ ਆ ਉਹ ਸਮਾਰਟ ਬਣ ਚੁੱਕੇ ਹਨ, ਸਮਾਰਟ ਸਕੂਲ ਬਣ ਚੁੱਕੇ ਹਨ by integrating advanced technologies like school management system into their daily course. ਆਪਣੇ daily schedules ਦੇ ਵਿੱਚ, daily ਦੀਆਂ ਆਪਣੇ ਕੰਮਕਾਰਾਂ ਦੇ ਵਿੱਚ ਉਹ already ਜਿਹੜੇ ਸਮਾਰਟ ਸਕੂਲ ਬਣ ਚੁੱਕੇ ਹਨ। ਇੱਕ ਸਕੂਲ ਮੈਨੇਜਮੈਂਟ ਸਿਸਟਮ ਨਾਂ ਦੀ ਟੈਕਨੋਲੋਜੀ ਦੇ ਨਾਲ ਉਹਨਾਂ ਨੇ ਆਪਣੇ ਸਕੂਲਸ ਨੂੰ integrate ਕਰ ਲਿਆ ਹੈ। The education industry is undoubtedly one of the sector that have found the best use of technology. ਕਹਿੰਦੇ ਕਿ ਜਿਹੜੀ education industry ਆ ਉਸਨੇ ਵੀ ਆਪਣਾ ਜਿਹੜਾ best use ਹੈ ਟੈਕਨੋਲੋਜੀ ਦਾ ਕਰਕੇ ਬੇਸ਼ੱਕ ਆਪਣੇ ਜਿਹੜਾ ਇੱਕ ਵੱਖਰਾ ਸੈਕਟਰ, ਆਪਣੀ ਵੱਖਰੀ ਪਹਿਚਾਣ ਬਣਾ ਲਈ ਹੈ। This has helped education industry to save time and money to a great extent by avoiding manual paperwork and taking many shortcuts in their daily academic and administrative activities. ਇਸ ਨਾਲ ਸਿੱਖਿਆ ਉਦਯੋਗ ਨੂੰ ਕਾਫੀ ਹੱਦ ਤੱਕ ਰੋਜ਼ਾਨਾ ਦੀਆਂ ਜਿਹੜੀਆਂ ਐਕੈਡੈਮਿਕ ਤੇ ਪ੍ਰਸ਼ਾਸਕੀ ਗਤੀਵਿਧੀਆਂ ਵਿੱਚ ਮੈਨੂਅਲ ਪੇਪਰ ਵਰਕ ਨੂੰ ਹਟਾ ਕੇ ਪੈਸੇ ਅਤੇ ਸਮੇਂ ਦੀ ਬਚਤ ਕਰਨ ਵਿੱਚ ਬਹੁਤ ਹੀ ਜ਼ਿਆਦਾ ਮਦਦ ਮਿਲੀ ਹੈ। Today let us discuss the importance of school management system in the current educational scenario. ਆਓ ਅੱਜ ਅਸੀਂ ਅੱਜ ਦੇ educational scenario ਯਾਨੀ ਕਿ ਵਿਦਿਅਕ ਦ੍ਰਿਸ਼ ਦੇ ਬਾਰੇ ਚ ਸਕੂਲ ਮੈਨੇਜਮੈਂਟ ਦੀ ਇੰਪੋਰਟੈਂਸ ਦੇ ਬਾਰੇ ਦੇ ਵਿੱਚ ਜਾਣਦੇ ਹਾਂ। ਸਕੂਲ ਮੈਨੇਜਮੈਂਟ ਦੀਆਂ ਇੰਪੋਰਟੈਂਸ means account related activities made simpler and foolproof. ਇਹਦੇ ਨਾਲ ਕੀ ਹੋਇਆ, ਜਿਹੜਾ ਸਕੂਲ ਮੈਨੇਜਮੈਂਟ ਸਿਸਟਮ ਆਇਆ ਇਹਦੇ ਨਾਲ ਕੀ ਹੋਇਆ, ਸਕੂਲ ਦੇ ਜਿੰਨੇ ਵੀ ਖਾਤੇ ਨਾਲ ਸੰਬੰਧਿਤ ਹੈਗੀਆਂ ਅਕਾਊਂਟ ਰਿਲੇਟਡ ਐਕਟੀਵਿਟੀਜ਼ ਜਿਹੜੀਆਂ ਹੈਗੀਆਂ, ਖਾਤੇ ਨਾਲ ਸੰਬੰਧਿਤ ਗਤੀਵਿਧੀਆਂ ਸਿੰਪਲ ਤੇ ਫੁੱਲ ਪ੍ਰੂਫ ਹੋ ਗਈਆਂ। ਮੀਨ ਹਰ ਖਾਤੇ ਦਾ, ਖਾਤੇ ਦੇ ਵਿੱਚ ਜੋ ਵੀ ਐਕਟੀਵਿਟੀ ਹੁੰਦੀ ਆ, ਜੋ ਵੀ ਆਦਾਨ ਪ੍ਰਦਾਨ ਹੁੰਦਾ ਹੈ ਉਹ ਸਿੱਖਿਆਰਥੀਆਂ ਦੀ ਫੀਸ ਨਾਲ ਸੰਬੰਧਿਤ ਹੋਵੇ ਜਾਂ ਕਿਸੇ ਸਟਾਫ ਮੈਂਬਰ ਦੀ ਸੈਲਰੀ ਦੇ ਨਾਲ ਸੰਬੰਧਿਤ ਹੈ ਜਾਂ ਸਕੂਲ ਬਜਟ ਨਾਲ ਸੰਬੰਧਿਤ ਹੈ, ਇਸ ਸਭ ਦਾ ਫੁੱਲ ਪ੍ਰੂਫ ਰੱਖਦਾ ਹੈ, ਪੂਰਾ ਸਬੂਤ ਰੱਖਦਾ ਹੈ। ਫੀ ਪੇਮੈਂਟ ਮੇਡ ਈਜ਼ੀ। ਹੁਣ ਇਹ ਵਾਲੀ ਜਿਹੜੀਆਂ ਟੈਕਨੋਲੋਜੀ ਸਕੂਲ ਅਪਣਾ ਰਹੇ ਹਨ ਉਹਦੇ ਨਾਲ ਫੀਸ ਦੀ ਪੇਮੈਂਟ ਵੀ ਆਨਲਾਈਨ ਹੋ ਗਈ ਆ, ਕਾਫੀ ਚੀਜ਼ਾਂ ਜਿਹੜੀਆਂ ਬਹੁਤ ਜ਼ਿਆਦਾ ਈਜ਼ੀ ਹੋ ਗਈਆਂ। Security of students and staff has improved significantly. ਜਿਹੜੀ ਸਟਾਫ ਤੇ ਸਟੂਡੈਂਟਸ ਦੀ ਸਿਕਿਉਰਿਟੀ ਆ ਉਹ ਇੰਪਰੂਵ ਹੋਈ ਹੈ। better school inventory and asset management ਹੋਏ, asset management ਸਕੂਲ ਮੈਨੇਜਮੈਂਟ ਦੀ ਇੱਕ ਇੰਪੋਰਟੈਂਸ ਇਹ ਵੀ ਹੈ ਕਿ ਵਿਦਿਆਰਥੀਆਂ ਤੇ ਸਟਾਫ ਦੀ ਜਿਹੜੀ ਆ ਸੇਫਟੀ ਵਧੀਆ ਹੋ ਗਈ ਹੈ, ਸੇਫਟੀ ਅੱਛੀ ਹੋ ਗਈ ਹੈ। ਜਿਹੜੀ ਬੈਟਰ ਸਕੂਲ ਦੀ ਵਸਤੂ ਸੂਚੀ ਹੈ ਉਹ ਅਤੇ ਐਸੈਟਸ ਮੀਨਸ ਪ੍ਰਾਪਰਟੀ ਸੰਬੰਧੀ ਸੰਪत्ति ਦਾ ਪ੍ਰਬੰਧ ਜਿਹੜਾ ਉਹ ਜਿਹੜੇ ਮੈਨੇਜਮੈਂਟ ਸਿਸਟਮ ਦੇ ਨਾਲ ਬਹੁਤ ਅੱਛੇ ਤਰੀਕੇ ਦੇ ਨਾਲ ਰੱਖਿਆ ਜਾ ਸਕਦਾ ਹੈ। ਸਮੁੱਚੇ ਸੰਚਾਰ improve the overall communication network. ਸਮੁੱਚੇ ਸੰਚਾਰ ਨੈਟਵਰਕ ਦੇ ਵਿੱਚ ਬਹੁਤ ਜ਼ਿਆਦਾ ਇੰਪਰੂਵਮੈਂਟ ਹੋਈ ਹੈ। Admission process and ID card generation become fast and easy. ਸਮੁੱਚੇ ਸੰਚਾਰ ਨੈਟਵਰਕ ਵਿੱਚ ਸੁਧਾਰ ਆਉਣ ਦੇ ਨਾਲ ਐਗਜ਼ਾਮ ਜਿਹੜੇ ਕਿ ਉਹਨਾਂ ਦਾ ਬਹੁਤ ਵਧੀਆ ਤਰੀਕੇ ਦੇ ਨਾਲ ਪ੍ਰਬੰਧ ਆਰਗੇਨਾਈਜ਼ ਤਰੀਕੇ ਨਾਲ ਐਗਜ਼ਾਮਸ ਕਰਾਏ ਜਾਣ ਲੱਗ ਪਏ ਹਨ, ਜਿਨ੍ਹਾਂ ਵਿੱਚ ਆਨਲਾਈਨ ਐਗਜ਼ਾਮ ਜਿਹੜੀ ਆ ਉਹ ਬਹੁਤ ਹੀ ਬਿਹਤਰ ਐਗਜ਼ਾਮਪਲ ਹੈ। ਐਡਮਿਸ਼ਨ ਪ੍ਰੋਸੈਸ ਐਂਡ ਆਈਡੀ ਕਾਰਡ ਦੀ ਗੱਲ ਕਰੀਏ ਤਾਂ ਜਿਹੜੇ ਆਈਡੀ ਕਾਰਡਸ ਆ ਜਾਂ ਐਡਮਿਸ਼ਨਸ ਆ ਪ੍ਰੋਸੈਸ ਆ ਮੈਨੇਜਮੈਂਟ ਸਿਸਟਮ ਦੇ ਨਾਲ ਕਾਫੀ ਹੱਦ ਤੱਕ ਸਰਲ ਹੋ ਗਿਆ ਹੈ। ਕਸਟਮਾਈਜ਼ ਐਂਡ ਕਨਫਿਗਰੇਸ਼ਨ ਸੋਧ ਅਤੇ ਸੰਰਚਨਾ ਦਾ ਕੰਮ ਜਿਹੜਾ ਉਹ ਵੀ ਬਹੁਤ ਆਸਾਨ ਹੋ ਗਿਆ ਹੈ।
ਨੈਕਸਟ ਗੱਲ ਕਰਾਂਗੇ ਆਬਜੈਕਟਿਵਸ ਆਫ ਸਕੂਲ ਮੈਨੇਜਮੈਂਟ। ਸਕੂਲ ਮੈਨੇਜਮੈਂਟ ਦੇ ਆਬਜੈਕਟਿਵਸ ਕੀ ਹਨ, ਟਾਰਗੇਟਸ ਕੀ ਹਨ ਜਾਂ ਉਹਨਾਂ ਦੇ ਟੀਚੇ ਕੀ ਹਨ। objectives of the institute targets, ਆਪਣੇ achievement of the institute targets, ਆਪਣੇ ਸਕੂਲ ਦੇ ਉਦੇਸ਼ਾਂ ਦੀ ਪ੍ਰਾਪਤੀ। ਸਭ ਤੋਂ ਪਹਿਲਾ objective ਕੀ ਆ ਕਿ ਸਕੂਲ ਦੇ ਜੋ ਵੀ ਟੀਚੇ ਹਨ, ਜਿੰਨੇ ਵੀ ਸਾਡੇ ਟਾਰਗੇਟਸ ਹੁੰਦੇ ਸਕੂਲ ਦੇ, ਉਹਨਾਂ ਦੀ ਪ੍ਰਾਪਤੀ ਕਰਨਾ। to improve the planning, organizing and implementation of the school's activity and process, ਸਕੂਲ ਵਿੱਚ ਹੋਣ ਵਾਲੀਆਂ ਗਤੀਵਿਧੀਆਂ ਅਤੇ ਪ੍ਰਕਿਰਿਆਵਾਂ ਜਿਨ੍ਹਾਂ ਉਹਨਾਂ ਦੀ ਯੋਜਨਾਬੰਦੀ, ਪ੍ਰਬੰਧਨ ਅਤੇ ਇੰਪਲੀਮੈਂਟੇਸ਼ਨ ਵਿੱਚ ਸੁਧਾਰ ਕਰਨਾ। to create, maintain and enhance a good public image of the school, ਸਕੂਲ ਦੀ ਚੰਗੀ ਜਨਤਕ ਇਮੇਜ, ਲੋਕਾਂ ਦੇ ਵਿੱਚ ਸਕੂਲ ਦੀ ਬਹੁਤ ਵਧੀਆ ਇਮੇਜ ਬਣਾਏ ਰੱਖਣਾ ਤੇ ਇਮੇਜ ਨੂੰ ਮੇਨਟੇਨ ਰੱਖਣਾ ਤੇ ਉਸ ਇਮੇਜ ਨੂੰ ਹੋਰ ਵੀ ਵਧੀਆ ਬਣਾਉਣਾ। to ensure appropriate utilization of human resources, human resources ਦੀ ਮਾਨਵੀ ਸਾਧਨਾਂ ਦੀ ਇੱਕ ਬਹੁਤ ਅੱਛੇ ਤਰੀਕੇ ਦੇ ਨਾਲ ਉਚਿਤ ਵਰਤੋਂ ਕਰਨਾ। human resources ਦੇ ਵਿੱਚ ਕੀ ਆਉਂਦਾ, teachers, non-teaching staff and students। to enhance the efficiency and effectiveness of instructional facilities, ਬੁਨਿਆਦੀ ਸਹੂਲਤਾਂ ਦੀ ਕੁਸ਼ਲਤਾ ਅਤੇ ਪ੍ਰਭਾਵ ਨੂੰ ਵਧਾਉਣਾ। next to improve interpersonal communication, ਜਿਹੜਾ ਆਪਸੀ ਗੱਲਬਾਤ ਨੂੰ ਬਿਹਤਰ ਬਣਾਉਣਾ। to attain instructional objectives, ਸਿਖਲਾਈ ਦੇ ਉਦੇਸ਼ਾਂ ਦੀ ਪ੍ਰਾਪਤੀ ਕਰਨਾ। to define functions of school, ਸਕੂਲ ਦੇ ਸਾਰੇ ਕੰਮਾਂ ਕਾਰਾਂ ਨੂੰ ਡਿਫਾਈਨ ਕਰਨਾ। to coordinate school activity, ਸਕੂਲ ਦੇ ਵਿੱਚ ਜਿੰਨੀਆਂ ਵੀ ਐਕਟੀਵਿਟੀਜ਼ ਹੁੰਦੀਆਂ ਉਹਨਾਂ ਦਾ ਤਾਲਮੇਲ ਬਣਾ ਕੇ ਰੱਖਣਾ। to eliminate wastage, ਕਿਸੇ ਵੀ ਤਰੀਕੇ ਦੀ ਵੇਸਟੇਜ ਨੂੰ ਖਤਮ ਕਰਨਾ। create a good school atmosphere, ਸਕੂਲ ਦੇ ਵਿੱਚ ਇੱਕ ਵਧੀਆ ਮਾਹੌਲ ਬਣਾ ਕੇ ਰੱਖਣਾ। to enhance job satisfaction, teachers ਦੇ ਵਿੱਚ job satisfaction ਨੂੰ ਹੋਰ ਵੀ enhance ਕਰਨਾ। ਸੋ ਇਹ ਕੁਝ objectives ਹੁੰਦੇ ਆ ਹਰ ਸਕੂਲ ਮੈਨੇਜਮੈਂਟ ਦੇ, ਜਿਹੜੇ ਆਪਣੇ ਸਕੂਲ ਦੇ ਵਿੱਚ ਚਾਹੁੰਦੇ ਆ। ਅਗਰ ਗੱਲ ਕਰੀਏ specifically, the main objectives of primary and secondary schools are to focus on, ਖਾਸ ਤੌਰ ਤੇ ਪ੍ਰਾਇਮਰੀ ਤੇ ਸੈਕੰਡਰੀ ਸਕੂਲ ਜਿਹੜੇ ਹੁੰਦੇ ਆ ਉਹਨਾਂ ਦੇ ਮੁੱਖ ਉਦੇਸ਼ ਜਿਹੜੇ ਹੈ ਉਹਨਾਂ ਦਾ ਜਿਹੜਾ ਫੋਕਸ ਹੈ ਉਹ ਟੀਚਿੰਗ ਐਂਡ ਲਰਨਿੰਗ ਪ੍ਰੋਸੈਸ, ਟੀਚਿੰਗ ਸਿੱਖਿਆ ਅਤੇ ਸਿਖਲਾਈ ਦੇ ਪ੍ਰੋਸੈਸ ਤੇ, ਟੀਚਿੰਗ ਐਂਡ ਲਰਨਿੰਗ এনवायरमेंट ਵਧੀਆ ਬਣਾਉਣਾ। assessment of pupils or students ਦੀ assessment, teachers establishment, performance, professional development and school and financial management। ਇਸ ਦੇ ਵਿੱਚ ਕੀ ਆਇਆ ਹੈ ਕਿ ਜਿਹੜੇ ਖਾਸ ਤੌਰ ਤੇ ਪ੍ਰਾਇਮਰੀ ਤੇ ਸੈਕੰਡਰੀ ਸਕੂਲ ਦੇ ਮੁੱਖ ਉਦੇਸ਼ ਧਿਆਨ ਹੁੰਦੇ ਹਨ, ਉਹਨਾਂ ਦੇ ਵਿੱਚ ਅਧਿਐਨ ਅਤੇ ਸਿੱਖਣ ਦੀ ਪ੍ਰਕਿਰਿਆ, ਵਿਦਿਆਰਥੀਆਂ ਦਾ ਮੁਲਾਂਕਣ, ਟੀਚਰਾਂ ਦੀ ਐਸਟੈਬਲਿਸ਼ਮੈਂਟ, ਪਰਫਾਰਮੈਂਸ, ਪ੍ਰੋਫੈਸ਼ਨਲ ਡਿਵੈਲਪਮੈਂਟ, ਸਕੂਲ ਦੇ ਵਿੱਤੀ ਪ੍ਰਬੰਧਨ ਉੱਤੇ ਧਿਆਨ ਕੇਂਦਰਿਤ ਕਰਨਾ ਹੈ। ਸੋ ਇਹ ਆਬਜੈਕਟਿਵਸ ਦੇ ਲੈ ਜਿਹੜਾ ਵੀ ਸਕੂਲ ਮੈਨੇਜਮੈਂਟ ਲੈ ਕੇ ਚੱਲਦੀ ਹੈ ਉਹ ਬਹੁਤ ਹੀ ਜਲਦੀ ਬਹੁਤ ਅੱਛੇ ਤਰੀਕੇ ਦੇ ਨਾਲ ਪ੍ਰੋਗਰੈਸ ਕਰਦੀ ਹੈ। ਨੈਕਸਟ ਅਸੀਂ ਗੱਲ ਕਰਾਂਗੇ why do we need of school management, ਸਾਨੂੰ ਸਕੂਲ ਮੈਨੇਜਮੈਂਟ ਦੀ ਜ਼ਰੂਰਤ ਕਿਉਂ ਪੈਂਦੀ ਹੈ। we need school management system to make it easier for schools to keep track of information such as attendance records, the status of homework, maintenance of discipline, how well the students are doing and what they are achieving within the boundaries of their schooling careers। ਸਾਨੂੰ ਸਕੂਲ ਪ੍ਰਬੰਧਨ ਜਾਂ ਸਕੂਲ ਮੈਨੇਜਮੈਂਟ ਦੀ ਜ਼ਰੂਰਤ ਕਿਉਂ ਪੈਂਦੀ ਹੈ? ਇਸ ਲਈ ਪੈਂਦੀ ਹੈ ਤਾਂ ਜੋ ਇੱਕ ਸਕੂਲ ਲਈ ਹਾਜ਼ਰੀ ਰਿਕਾਰਡ ਰੱਖਣਾ, ਹੋਮਵਰਕ ਦੀ ਸਥਿਤੀ ਨੂੰ ਜਾਣਨਾ, ਅਨੁਸ਼ਾਸਨ ਦੀ ਸੰਭਾਲ ਜਿਹੀਆਂ ਇਨਫੋਰਮੇਸ਼ਨ ਨੂੰ ਸੌਖੇ ਤਰੀਕੇ ਦੇ ਨਾਲ ਟਰੈਕ ਕਰਨਾ। ਇਸ ਲਈ ਸਾਨੂੰ ਜਿਹੜੀ ਹੈ ਸਕੂਲ ਮੈਨੇਜਮੈਂਟ ਦੀ ਜ਼ਰੂਰਤ ਪੈਂਦੀ ਹੈ। ਸਟੂਡੈਂਟਸ ਜੋ ਹਨ ਉਹ ਕਿੰਨੀ ਚੰਗੀ ਤਰ੍ਹਾਂ ਸਕੂਲ ਅਨੁਸਾਰ ਸਕੂਲ ਦੇ ਅਨੁਸ਼ਾਸਨ ਦੀ ਸੰਭਾਲ ਕਰ ਰਹੇ ਹਨ ਅਤੇ ਉਹ ਆਪਣੇ ਸਕੂਲ ਦੇ ਕੈਰੀਅਰ ਦੀਆਂ ਸੀਮਾਵਾਂ ਦੇ ਅੰਦਰ ਕੀ ਪ੍ਰਾਪਤ ਕਰ ਰਹੇ ਹਨ। ਇਹਨਾਂ ਸਭ ਲਈ ਸਾਨੂੰ ਸਕੂਲ ਮੈਨੇਜਮੈਂਟ ਦੀ ਜ਼ਰੂਰਤ ਪੈਂਦੀ ਹੈ। ਇਸ ਤੋਂ ਇਲਾਵਾ ਸਕੂਲ ਦੇ ਪ੍ਰਬੰਧਨ ਨੂੰ ਜ਼ਰੂਰੀ ਬਣਾਉਣ ਵਾਲੇ ਤੱਤ ਇਹ ਵੀ ਹਨ, ਜਿਵੇਂ ਸਿੱਖਿਆ ਦੇ ਜੋ ਉਦੇਸ਼ ਹਨ ਉਹਨਾਂ ਦੀ ਸਪਸ਼ਟ ਜਾਣਕਾਰੀ ਦੇਣਾ, ਯੋਗ, ਤਜਰਬੇਕਾਰ ਅਤੇ ਆਪਣੇ ਫਰਜ਼ਾਂ ਨੂੰ ਚੰਗੀ ਤਰ੍ਹਾਂ ਨਿਭਾਉਣ ਵਾਲੇ ਮੁੱਖ ਅਧਿਆਪਕ ਜਾਂ ਪ੍ਰਿੰਸੀਪਲ ਦੀ ਨਿਯੁਕਤੀ ਕਰਨਾ,
ਸਕੂਲ ਨੂੰ ਚਲਾਉਣ ਲਈ ਚੰਗੇ ਪ੍ਰਸ਼ਾਸਨ ਦਾ ਪ੍ਰਬੰਧ ਕਰਨਾ, ਆਡੀਓ ਵਿਜ਼ੂਅਲ ਏਡਸ ਦਾ ਸਕੂਲ ਦੇ ਕੰਮਾਂ ਲਈ ਪ੍ਰਬੰਧ ਕਰਨਾ, ਫਰਨੀਚਰ ਦਾ ਪ੍ਰਬੰਧ ਕਰਨਾ, ਸਕੂਲ ਨੂੰ ਹਰ ਤਰ੍ਹਾਂ ਦੀ ਵਿਰੋਧੀ ਆਲੋਚਨਾਵਾਂ ਤੋਂ ਬਚਾਉਣਾ, ਸਕੂਲ ਵਿੱਚ ਰਚਨਾਤਮਕ ਜਾਂ ਕੁਝ ਕ੍ਰੀਏਟਿਵ ਕੰਮਾਂ ਨੂੰ ਅੱਗੇ ਲਿਆਉਣਾ। ਸੋ ਇਹ ਸਾਰੇ ਉਹ ਤੱਤ ਹਨ ਜੋ ਸਕੂਲ ਮੈਨੇਜਮੈਂਟ ਨੂੰ ਜ਼ਰੂਰੀ ਬਣਾਉਂਦੇ ਹਨ, ਜਾਂ ਜਿਹੜੇ ਤੱਤਾਂ ਕਾਰਨ ਸਾਨੂੰ ਸਕੂਲ ਦੀ ਮੈਨੇਜਮੈਂਟ ਦੀ ਜ਼ਰੂਰਤ ਪੈਂਦੀ ਹੈ। ਇਸ ਡਾਇਗਰਾਮ ਦੇ ਵਿੱਚ ਤੁਸੀਂ ਦੇਖ ਰਹੇ ਹੋ ਨੀਡ ਆਫ ਸਕੂਲ ਮੈਨੇਜਮੈਂਟ। ਸਕੂਲ ਮੈਨੇਜਮੈਂਟ ਦੀ ਹੁਣ ਕੀ ਜ਼ਰੂਰਤ ਹੈ, ਜਿਹੜੀ ਸਕੂਲ ਦੀ ਮੈਨੇਜਮੈਂਟ ਆ ਉਹ ਕੀ ਕਰਦੀ ਆ, ਉਹ ਕੀ ਚਾਹੁੰਦੀ ਆ, ਜਾਂ ਨੀਡ ਆਫ ਸਕੂਲ ਮੈਨੇਜਮੈਂਟ ਕੀ ਹੈ। ਸਭ ਤੋਂ ਪਹਿਲਾਂ ਹੈ ਮੇਨਟੇਨੈਂਸ ਆਫ ਡਿਵੈਲਪਮੈਂਟ ਡਿਸਿਪਲਿਨ। ਸਕੂਲ ਦੇ ਵਿੱਚ ਡਿਸਿਪਲਿਨ ਨੂੰ ਮੇਨਟੇਨ ਕਰਕੇ ਰੱਖਣਾ, ਅਚੀਵਮੈਂਟ ਆਫ ਆਬਜੈਕਟਿਵ, ਸਕੂਲ ਦੇ ਸਾਰੇ ਉਦੇਸ਼ਾਂ ਦੀ ਪ੍ਰਾਪਤੀ ਕਰਨਾ, ਐਕਸਪੀਰੀਐਂਸਡ ਪ੍ਰਿੰਸੀਪਲ, good administration, infrastructure, creative activities, attendance record and homework status। ਜਿੱਦਾਂ ਕਿ ਆਪਾਂ ਸਾਰਾ ਪਹਿਲਾਂ ਡਿਸਕਸ ਕੀਤਾ ਕਿ ਸਕੂਲ ਦੇ ਮੈਨੇਜਮੈਂਟ ਲਈ ਇਹਨਾਂ ਸਾਰੀਆਂ ਚੀਜ਼ਾਂ ਦੀ ਜ਼ਰੂਰਤ ਪੈਂਦੀ ਹੈ। ਨੈਕਸਟ ਅਸੀਂ ਗੱਲ ਕਰਦੇ ਹਾਂ ਫੰਕਸ਼ਨਸ ਆਫ ਸਕੂਲ ਮੈਨੇਜਮੈਂਟ। ਜਿਹੜੇ ਸਕੂਲ ਮੈਨੇਜਮੈਂਟ ਦੇ ਆ ਉਹ ਐਕਚੁਅਲ ਫੰਕਸ਼ਨਸ ਕੀ ਆ, ਕੰਮ ਕੀ ਆ, ਕੀ ਕੰਮ ਹੁੰਦੇ ਆ ਇੱਕ ਸਕੂਲ ਮੈਨੇਜਮੈਂਟ ਦੇ। Some of the major functions of school administration are as follows. ਵਿਦਿਅਕ ਪ੍ਰਸ਼ਾਸਨ, educational administration ਜਿਹਨੂੰ ਕਹਿੰਦੇ ਆ, ਉਹਨਾਂ ਦੇ ਕੁਝ ਪ੍ਰਮੁੱਖ ਕੰਮ ਹਨ planning, organization, direction and controlling. Educational administration is regarded as total process inclusive of all responsibilities and functions necessary for running the school. ਵਿਦਿਅਕ ਪ੍ਰਸ਼ਾਸਕ ਨੂੰ ਜਿਹੜਾ ਸਕੂਲ ਐਡਮਿਨਿਸਟ੍ਰੇਸ਼ਨ ਹੈ ਨੂੰ ਇੱਕ ਸੰਪੂਰਨ ਪ੍ਰੋਸੈਸ ਦੇ ਤੌਰ ਤੇ ਮੰਨਿਆ ਜਾਂਦਾ ਹੈ। ਇਸ ਵਿੱਚ ਸਕੂਲ ਨੂੰ ਚਲਾਉਣ ਲਈ ਸਾਰੀਆਂ ਲੋੜੀਂਦੀਆਂ ਜ਼ਿੰਮੇਵਾਰੀਆਂ ਤੇ ਕੰਮ ਸ਼ਾਮਲ ਹੁੰਦੇ ਹਨ। It provides and manages various elements of the teaching learning situations such as learners, the teachers, the curriculum and the psychophysical environment. ਇਹ ਸਿੱਖਿਆ ਅਤੇ ਸਿਖਲਾਈ ਦੀ ਸਥਿਤੀ ਦੇ ਵੱਖ-ਵੱਖ ਤੱਤ ਪ੍ਰਦਾਨ ਕਰਦਾ ਹੈ, ਜਿਵੇਂ ਕਿ learners means ਸਿਖਿਆਰਥੀ, teachers, ਪਾਠਕ੍ਰਮ ਅਤੇ ਸਮਾਜਿਕ ਅਤੇ ਸਰੀਰਕ ਵਾਤਾਵਰਣ। There are different functions of administration in school management. ਸਕੂਲ ਪ੍ਰਬੰਧਨ ਪ੍ਰੋਗਰਾਮ ਦੇ ਵਿੱਚ ਜਿਹੜੇ ਐਡਮਿਨਿਸਟ੍ਰੇਸ਼ਨ ਦੇ ਵੱਖ-ਵੱਖ ਕੰਮ ਹੁੰਦੇ ਹਨ। These are planning, organizing, directing and controlling. ਇਹ ਕੀ ਹੁੰਦੇ ਆ? Planning means ਯੋਜਨਾਬੰਦੀ, organizing, directing ਨਿਰਦੇਸ਼ਨ, controlling means control ਕਰਨਾ। ਇਹ ਸਾਰੇ ਸ਼ਾਮਿਲ ਹੁੰਦੇ ਆ। In the absence of these functions, ਇਹਨਾਂ ਦੀ absence ਦੇ ਵਿੱਚ, ਇਹਨਾਂ functions ਦੀ ਅਗਰ ਇਹ functions ਸਕੂਲ ਦੇ ਵਿੱਚ ਨਹੀਂ ਹੁੰਦੇ, ਸਕੂਲ ਮੈਨੇਜਮੈਂਟ ਇੱਕ ਇਹਨਾਂ functions ਨੂੰ ਲੈ ਕੇ ਨਹੀਂ ਚੱਲਦੀ, ਤਾਂ ਜਿਹੜਾ the school cannot function effectively. ਜਿਹੜੇ ਸਕੂਲ ਦੇ ਕੰਮ ਆ ਉਹ ਪ੍ਰਭਾਵਪੂਰਨ ਤਰੀਕੇ ਨਾਲ ਨਹੀਂ ਹੋ ਸਕਦੇ, ਮਤਲਬ ਕਿ ਉਹ ਇਹਨਾਂ functions ਤੋਂ ਬਿਨਾਂ ਸਕੂਲ ਦੀ ਮੈਨੇਜਮੈਂਟ ਮੁਸ਼ਕਲ ਹੋ ਜਾਂਦੀ ਹੈ। So first है planning. Planning is an essential component. It is an useful exercise to be undertaken by the administrators. Planning की है? Planning जो है management ਦਾ ਇੱਕ ਬਹੁਤ ਹੀ ਜ਼ਰੂਰੀ ਹਿੱਸਾ ਹੈ। ਇਹ administration में ਸਕੂਲ ਦੇ ਪ੍ਰਸ਼ਾਸਕਾਂ ਦੁਆਰਾ ਕੀਤਾ ਜਾਣ ਵਾਲਾ ਬਹੁਤ ਹੀ ਲਾਭਦਾਇਕ ਕੰਮ ਹੈ। It involves systematic, organized and articulated scheme of working. ਇਸ ਵਿੱਚ ਇੱਕ ਸਿਸਟਮੈਟਿਕ ਢੰਗ ਦੇ ਨਾਲ, ਸਿਸਟਮ ਦੇ ਨਾਲ ਸੰਗਠਨ ਤੇ ਕੰਮ ਕਰਨ ਦੀ ਯੋਜਨਾ ਨੂੰ ਜੋੜਿਆ ਜਾਂਦਾ ਹੈ। ਆਰਟੀਕੂਲੇਟ ਕਰਨਾ ਮੀਨਸ ਜੋੜਨਾ। ਇਸ ਲਈ planning can be thought of all at the beginning of the session. ਸੋ ਜਿਹੜੀ planning ਆ ਉਹ ਸਕੂਲ ਦੇ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਕਰ ਲੈਣੀ ਚਾਹੀਦੀ ਹੈ। Planning can be done with two viewpoints. Two viewpoints ਕਿਹੜੇ? ਜਿਹੜੀ planning ਆ ਉਹ ਦੋ ਪੁਆਇੰਟਾਂ ਦੇ ਦ੍ਰਿਸ਼ਟੀਕੋਣ ਨਾਲ ਉਹ planning ਕਰ ਸਕਦੇ ਹਾਂ। First is material point of view and second is human resources.
ਹੁਣ ਮਟੀਰੀਅਲ ਪੁਆਇੰਟ ਆਫ ਵਿਊ ਨਾਲ ਜੇ ਅਸੀਂ ਦੇਖੀਏ ਤਾਂ ਪਲੈਨਿੰਗ ਕਿਸ ਤਰ੍ਹਾਂ ਹੁੰਦੀ ਹੈ। ਇਸ ਪੁਆਇੰਟ ਆਫ ਵਿਊ ਦੇ ਨਾਲ ਉਹਨਾਂ ਸਭ ਉਪਕਰਨਾਂ ਦੇ ਪ੍ਰਬੰਧ ਲਈ ਪਲੈਨਿੰਗ ਕੀਤੀ ਜਾਂਦੀ ਹੈ ਜਿਹੜੇ ਸਕੂਲ ਦੇ ਵੱਖ-ਵੱਖ ਕੰਮਾਂ ਲਈ ਜ਼ਰੂਰੀ ਹੁੰਦੇ ਹਨ। ਸਕੂਲ ਦੀ ਇਮਾਰਤ ਵਿੱਚ ਵੱਖ-ਵੱਖ ਕਾਰਜਸ਼ੀਲਤਾਵਾਂ ਜਾਂ ਅਤੇ ਸ਼੍ਰੇਣੀਆਂ ਲਈ ਲੋੜੀਂਦਾ ਸਮਾਨ ਹੋਵੇ, ਸਮੁੱਚੀ ਇਮਾਰਤ ਸਾਫ਼ ਸੁਥਰੀ ਹੋਵੇ, ਟੂਟੀਆਂ ਜਾਂ ਪਾਣੀ ਦਾ ਠੀਕ ਪ੍ਰਬੰਧ ਹੋਵੇ, ਰੋਸ਼ਨੀ ਅਤੇ ਹਵਾ ਦਾ ਠੀਕ ਪ੍ਰਬੰਧ ਹੋਵੇ। ਸਕੂਲ ਦੀ ਇਮਾਰਤ ਦੇ ਬਾਅਦ ਦੇ ਵਿੱਚ ਆਡੀਓ ਵਿਜ਼ੂਅਲ ਏਡਸ, ਲਾਇਬ੍ਰੇਰੀ, ਖੇਡਾਂ ਦਾ ਸਮਾਨ, ਇਹ ਸਭ ਦਾ ਪ੍ਰਬੰਧ ਕਰਨਾ, ਇਹ ਆਪਾਂ ਦੇਖਦੇ ਹਾਂ ਇੱਕ ਪਲੈਨਿੰਗ ਮਟੀਰੀਅਲ ਪੁਆਇੰਟ ਆਫ ਵਿਊ ਨਾਲ। ਹਿਊਮਨ ਰਿਸੋਰਸਿਸ ਮੀਨਸ ਮਾਨਵੀ ਸਾਧਨਾਂ ਦੇ ਦ੍ਰਿਸ਼ਟੀਕੋਣ ਨਾਲ ਜੇ ਅਸੀਂ ਦੇਖੀਏ ਤਾਂ ਇਸ ਵਿੱਚ ਪ੍ਰਿੰਸੀਪਲ, ਟੀਚਰਸ, ਕਲਰਕ, ਪਿਓਨ ਆਦਿ ਦੀ ਨਿਯੁਕਤੀ ਸ਼ਾਮਲ ਹੁੰਦੀ ਹੈ। ਸਕੂਲ ਨੂੰ ਕਿਸ ਪੱਧਰ ਅਰਥਾਤ ਪ੍ਰਾਇਮਰੀ, ਮਿਡਲ ਸੈਕੰਡਰੀ ਜਾਂ ਸੀਨੀਅਰ ਸੈਕੰਡਰੀ ਤੱਕ ਰੱਖਣਾ ਹੈ, ਉਸ ਵਿੱਚ ਕਿਹੜੇ ਵਿਸ਼ਿਆਂ ਦੀ ਪੜ੍ਹਾਈ ਕਰਾਈ ਜਾਣੀ ਹੈ, ਇਹ ਵਿਚਾਰ ਕਰਨ ਤੋਂ ਬਾਅਦ ਵੱਖ-ਵੱਖ ਵਿਸ਼ਿਆਂ ਦੇ ਅਧਿਆਪਕਾਂ ਦੀ ਨਿਯੁਕਤੀ ਦੀ ਯੋਜਨਾ ਬਣਾਈ ਜਾਂਦੀ ਹੈ। ਯੋਜਨਾ ਬਣਾਉਂਦੇ ਸਮੇਂ ਕਈ ਹੋਰ ਵੀ ਗੱਲਾਂ ਦਾ ਧਿਆਨ ਰੱਖਿਆ ਜਾਂਦਾ ਹੈ, ਜਿਵੇਂ ਯੋਜਨਾ ਇਹੋ ਜਿਹੀ ਹੋਣੀ ਚਾਹੀਦੀ ਹੈ ਜਿਸ ਨੂੰ ਪੂਰੀ ਤਰ੍ਹਾਂ ਨਾਲ ਨਿਭਾਇਆ ਜਾ ਸਕੇ। ਯੋਜਨਾ ਜਿਹੜੀ ਹੁੰਦੀ ਆ ਉਹ ਫਲੈਕਸੀਬਲ ਹੋਣੀ ਚਾਹੀਦੀ ਹੈ ਤਾਂ ਜੋ ਸਮੇਂ ਦੀ ਤਬਦੀਲੀ ਦੇ ਅਨੁਸਾਰ, ਜਿਵੇਂ ਸਮਾਂ ਬਦਲਦਾ ਹੈ ਉਸ ਅਨੁਸਾਰ ਆਪਣੀ ਯੋਜਨਾ ਨੂੰ ਵੀ ਮੋਲਡ ਕੀਤਾ ਜਾ ਸਕੇ। ਯੋਜਨਾ ਆਰੰਭ ਵਿੱਚ ਹੀ ਸੀਮਿਤ ਹੋਵੇ ਪਰ ਉਸ ਵਿੱਚ ਵਿਸਥਾਰ ਲਈ ਕਾਫੀ ਸੰਭਾਵਨਾ ਹੋਣੀ ਚਾਹੀਦੀ ਹੈ। ਜਿਹੜੀ ਪਲੈਨਿੰਗ ਆ ਉਹ ਪਹਿਲਾਂ ਲਿਮਿਟਿਡ ਵੀ ਹੋਣੀ ਚਾਹੀਦੀ ਹੈ, ਬਟ ਇਸ ਤਰ੍ਹਾਂ ਲਿਮਿਟਿਡ ਨਾ ਹੋਵੇ ਕਿ ਉਸ ਨੂੰ ਉੱਥੇ ਹੀ ਖਤਮ ਕਰਨਾ ਪਵੇ। ਉਸ ਪਲੈਨਿੰਗ ਨੂੰ ਐਕਸਪਲੋਰ ਕਰਨ ਲਈ ਜਾਂ ਉਸ ਪਲੈਨਿੰਗ ਨੂੰ ਹੋਰ ਵਧਾਉਣ ਘਟਾਉਣ ਦੀ ਯੋਜਨਾ ਜਾਂ ਸੰਭਾਵਨਾ ਵਿੱਚ ਹੋਣੀ ਚਾਹੀਦੀ। ਯੋਜਨਾ ਵਿੱਚ ਡਿਸਕਸ਼ਨ ਦੀ ਲੋੜ ਹੁੰਦੀ ਹੈ, ਇਸ ਲਈ ਜੇ ਯੋਜਨਾ ਕਮੇਟੀ ਬਣਾਈ ਜਾਵੇ ਤਾਂ ਉਸ ਦੁਆਰਾ ਬੜੀ ਚੰਗੀ ਤਰ੍ਹਾਂ ਪਲੈਨਿੰਗ ਦਾ ਨਿਰਮਾਣ ਕੀਤਾ ਜਾ ਸਕਦਾ ਹੈ। ਤਾਂ ਇੱਕ ਜੇ ਕਮੇਟੀ ਬਣਾ ਲਈ ਜਾਵੇ ਕੁਝ ਮੈਂਬਰਸ ਦੀ ਸਕੂਲ ਦੀ ਪਲੈਨਿੰਗ ਕਰਨ ਲਈ ਤਾਂ ਉਹ ਬਹੁਤ ਜ਼ਿਆਦਾ ਬੈਨੀਫੀਸ਼ੀਅਲ ਰਹੇਗਾ। ਨੈਕਸਟ ਪੁਆਇੰਟ ਆਉਂਦਾ ਹੈ ਆਰਗੇਨਾਈਜੇਸ਼ਨ। ਆਰਗੇਨਾਈਜੇਸ਼ਨ ਇਜ਼ ਆਲਸੋ ਐਨ ਇੰਪੋਰਟੈਂਟ ਫੰਕਸ਼ਨ ਆਫ ਗੁੱਡ ਐਡਮਿਨਿਸਟ੍ਰੇਸ਼ਨ। ਆਰਗੇਨਾਈਜੇਸ਼ਨ ਜਿਹੜੀ ਹੈ ਸੰਗਠਨ ਜਿਹੜਾ ਹੈ ਉਹ ਇੱਕ ਚੰਗੇ ਐਡਮਿਨਿਸਟ੍ਰੇਸ਼ਨ ਦਾ ਬਹੁਤ ਹੀ ਇੰਪੋਰਟੈਂਟ ਫੰਕਸ਼ਨ ਹੁੰਦਾ ਹੈ। The effective and efficient work of the school depends upon the good organization. ਸਕੂਲ ਦਾ ਬਹੁਤ ਵਧੀਆ ਤਰੀਕਾ ਦੇ ਨਾਲ ਕੰਮ ਕਰਨਾ ਇਹ ਸਕੂਲ ਦੀ ਇੱਕ ਚੰਗੀ ਆਰਗੇਨਾਈਜੇਸ਼ਨ ਤੇ ਡਿਪੈਂਡ ਕਰਦਾ ਹੈ। The essential element of the organization is people. What they do and how they work together. Essential element of the organization. ਜਿਹੜਾ ਸੰਗਠਨ ਦਾ ਇੱਕ ਜ਼ਰੂਰੀ ਐਲੀਮੈਂਟ ਹੈ ਉਹ ਲੋਕ ਹੁੰਦੇ ਹਨ। ਲੋਕ ਕੀ ਕਰਦੇ ਆ, ਉਹ ਇਕੱਠੇ ਕਿਵੇਂ ਕੰਮ ਕਰਦੇ ਹਨ। ਸੋ ਇੱਕ ਚੰਗੀ ਆਰਗੇਨਾਈਜੇਸ਼ਨ ਲਈ ਪ੍ਰਸ਼ਾਸਕ ਨੂੰ ਉਦੇਸ਼ਾਂ ਨੂੰ define ਕਰਨਾ ਚਾਹੀਦਾ। ਸੋ ਫॉर a good administration, administrator should define the purpose. ਉਦੇਸ਼ਾਂ ਨੂੰ define ਕਰਨਾ ਚਾਹੀਦਾ। Analyze and identify tasks required to meet these objectives. ਆਪਣੇ ਸਕੂਲ ਦੇ ਉਦੇਸ਼ਾਂ ਦੀ ਪ੍ਰਾਪਤੀ ਦੇ ਲਈ ਆਪਣੇ ਜਿਹੜੇ ਐਨਾਲਾਈਜ਼ ਕੀਤੇ ਹੋਏ ਜਾਂ ਆਇਡੈਂਟੀਫਾਈ ਕੀਤੇ ਹੋਏ ਕੰਮਾਂ ਨੂੰ ਦੀ ਰਿਕੁਆਇਰਮੈਂਟ। ਐਲੋਕੇਟ ਰਿਲੇਟਿਡ ਐਕਟੀਵਿਟੀਜ਼ ਟੂ ਅਦਰ ਸਟਾਫ। ਇਸ ਨਾਲ ਸਕੂਲ ਦੇ ਉਦੇਸ਼ਾਂ ਦੀ ਪ੍ਰਾਪਤੀ ਦੇ ਨਾਲ ਜਿੰਨੇ ਵੀ ਐਕਟੀਵਿਟੀਜ਼ ਸੰਬੰਧਿਤ ਰੱਖਦੀਆਂ ਹਨ ਉਹਨਾਂ ਨੂੰ ਸਟਾਫ ਦੇ ਵਿੱਚ ਐਲੋਕੇਟ ਕਰਨਾ, ਸਟਾਫ ਦੇ ਵਿੱਚ ਕੰਮਾਂ ਨੂੰ ਵੰਡ ਦੇਣਾ। ਪ੍ਰੋਵਾਈਡ ਫॉर ਮੈਨੇਜਮੈਂਟ ਐਂਡ ਕੋਆਰਡੀਨੇਸ਼ਨ ਆਫ ਐਕਟੀਵਿਟੀ ਐਟ ਈਚ ਲੈਵਲ ਆਫ responsibility, and lastly establish a reporting and communication channel. So ਇਹਦੇ ਵਿੱਚ ਹੁੰਦਾ ਕੀ ਹੈ ਕਿ ਜਿਹੜੀ ਉਦੇਸ਼ਾਂ ਨੂੰ ਪੂਰਨ ਕਰਨ ਲਈ ਲੋੜੀਂਦੇ ਕੰਮਾਂ ਨੂੰ ਐਨਾਲਾਈਜ਼ ਕਰਨਾ ਚਾਹੀਦਾ ਹੈ, ਉਹਨਾਂ ਦੀ ਪਛਾਣ ਕਰ ਲੈਣੀ ਚਾਹੀਦੀ ਹੈ, ਐਕਟੀਵਿਟੀਜ਼ ਨੂੰ ਸੰਬੰਧਿਤ ਸਟਾਫ ਵਿੱਚ ਵੰਡ ਦੇਣਾ ਚਾਹੀਦਾ ਹੈ, ਸਟਾਫ ਨੂੰ ਉਹ ਜਿਹੜੀਆਂ ਰਿਸਪੌਂਸਿਬਿਲਿਟੀਜ਼ ਆ ਉਹ ਸੌਂਪ ਦੇਣੀਆਂ ਚਾਹੀਦੀਆਂ। ਜ਼ਿੰਮੇਵਾਰੀ ਦੇ ਹਰ ਪੱਧਰ ਤੇ ਜਿਹੜੀਆਂ ਗਤੀਵਿਧੀਆਂ ਦੇ ਪ੍ਰਬੰਧਨ ਦੇ ਤਾਲਮੇਲ ਲਈ ਇੱਕ ਰਿਪੋਰਟਿੰਗ ਲਈ ਇੱਕ ਸੰਚਾਰ ਚੈਨਲ ਜੋ ਕਿ ਕਮਿਊਨੀਕੇਸ਼ਨ ਚੈਨਲ ਹੈ ਸਥਾਪਿਤ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਅਧਿਆਪਕ ਅਤੇ ਹੋਰ ਕਰਮਚਾਰੀਆਂ ਦੀ ਨਿਯੁਕਤੀ ਦਾ ਰਿਕਾਰਡ ਰੱਖਣਾ ਚਾਹੀਦਾ ਹੈ। ਉਹਨਾਂ ਦੀ ਸਰਵਿਸ ਬੁੱਕ ਮੇਨਟੇਨ ਕਰਨੀ ਚਾਹੀਦੀ ਹੈ। ਉਹਨਾਂ ਦੀ ਸਰਵਿਸ ਬੁੱਕ ਦੇ ਨਾਲ ਅਧਿਆਪਕਾਂ ਦੀ ਯੋਗਤਾ ਅਨੁਸਾਰ ਉਹਨਾਂ ਨੂੰ ਵੱਖ-ਵੱਖ ਕੰਮਾਂ ਦੀ ਵੰਡ ਕੀਤੀ ਜਾਣੀ ਚਾਹੀਦੀ ਤਾਂ ਜੋ ਅਧਿਆਪਕ ਨੂੰ ਪਤਾ ਹੋਵੇ ਕਿ ਉਸਨੇ ਕਿਸ ਸ਼੍ਰੇਣੀ ਨੂੰ ਅਤੇ ਕਿਸ ਟਾਈਮ ਤੇ ਪੜਾਉਣਾ ਹੈ। ਸੈਸ਼ਨ ਦੀ ਸ਼ੁਰੂਆਤ ਵਿੱਚ ਹੀ ਇੱਕ ਟਾਈਮ ਟੇਬਲ ਬਣ ਜਾਣਾ ਚਾਹੀਦਾ ਹੈ ਤਾਂ ਜੋ ਪਲੈਨਿੰਗ ਦੇ ਟਾਈਮ ਟੇਬਲ ਦੇ ਅਕੋਰਡਿੰਗ ਟੀਚਰ ਆਪਣੀ ਜਿਹੜੀ ਆ ਕਲਾਸ ਲੈ ਸਕੇ। ਸੋ ਜੇਕਰ ਇੱਕ ਆਰਗੇਨਾਈਜ਼ਡ ਤਰੀਕੇ ਦੇ ਨਾਲ ਕੰਮ ਕੀਤਾ ਹੋਵੇ ਤਾਂ ਸਮੁੱਚੇ ਕਾਰਜ ਨੂੰ ਕਰਨ ਲਈ ਤੇ ਉਪਕਰਨਾਂ ਨੂੰ ਉਚਿਤ ਰੂਪ ਵਿੱਚ ਵਰਤਣ ਦੇ ਲਈ ਬਹੁਤ ਵਧੀਆ ਸਹਾਇਤਾ
ਪ੍ਰਾਪਤ ਹੋ ਸਕਦੀ ਹੈ। ਨੈਕਸਟ ਫੰਕਸ਼ਨ ਜੋ ਹੈ ਉਹ ਹੈ ਡਾਇਰੈਕਸ਼ਨ। ਡਾਇਰੈਕਸ਼ਨ ਕੀ ਹੈ? ਨਿयंत्रण, दिशा निर्देश। Direction is an important function of educational administration. Direction ਕੀ ਆ? ਨਿਰਦੇਸ਼ਨ ਜੋ ਹੈ ਇੱਕ ਐਡਮਿਨਿਸਟ੍ਰੇਸ਼ਨ ਦਾ, ਐਜੂਕੇਸ਼ਨਲ ਐਡਮਿਨਿਸਟ੍ਰੇਸ਼ਨ ਦਾ ਬਹੁਤ ਮਹੱਤਵਪੂਰਨ ਫੰਕਸ਼ਨ ਹੈ। Direction involves getting the work done through instructions and orders. ਦਿਸ਼ਾ ਨਿਰਦੇਸ਼ ਵਿੱਚ ਆਦੇਸ਼ ਅਤੇ ਹੁਕਮਾਂ ਅਨੁਸਾਰ ਕੰਮ ਕਰਾਉਣਾ ਸ਼ਾਮਿਲ ਹੁੰਦਾ ਹੈ। These should be proper supervision, motivation, and communication on the part of the administrator for getting the work done. ਇਸ ਲਈ ਕੀ ਹੁੰਦਾ ਹੈ? ਕੰਮ ਕਰਾਉਣ ਲਈ proper administration ਵੱਲੋਂ proper supervision, motivation ਤੇ communication ਦਾ ਹੋਣਾ ਬਹੁਤ ਜ਼ਰੂਰੀ ਹੈ। The ultimate aim to see the work is accomplished according to the policies and programs and given instructions. Main motive ਕੀ ਹੁੰਦਾ ਹੈ? Ultimate aim ਇਹ ਦੇਖਣਾ ਹੁੰਦਾ ਹੈ ਕਿ ਨੀਤੀਆਂ ਅਤੇ programs ਅਤੇ ਦਿੱਤੀਆਂ ਗਈਆਂ instructions ਨਾਲ ਕੀ ਕੰਮ ਪੂਰਾ ਹੋਇਆ ਹੈ ਜਾਂ ਕੰਮ ਪੂਰਾ ਹੋ ਰਿਹਾ ਹੈ। Directing involves exercising leadership, motivating people, determining accountability and developing guidelines for action. ਨਿਰਦੇਸ਼ਨ ਵਿੱਚ ਲੋਕਾਂ ਨੂੰ ਪ੍ਰੇਰਿਤ ਕਰਨਾ, ਦ੍ਰਿੜ ਜ਼ਿੰਮੇਵਾਰੀ ਅਤੇ ਕੰਮਾਂ ਲਈ ਦਿਸ਼ਾ ਨਿਰਦੇਸ਼ ਕਰਨਾ ਸ਼ਾਮਲ ਹੁੰਦਾ ਹੈ। ਸੋ ਇਸ ਦੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਸਕੂਲ ਸੰਗਠਨ ਜਿਹੜਾ ਹੈ, ਸਕੂਲ ਚਲਾਉਣ ਦੇ ਹਰੇਕ ਕੰਮ ਵਿੱਚ ਡਾਇਰੈਕਸ਼ਨ ਦੀ ਬਹੁਤ ਜ਼ਰੂਰਤ ਹੁੰਦੀ ਹੈ। ਉਚਿਤ ਨਿਰਦੇਸ਼ਨ ਤੋਂ ਬਿਨਾਂ ਟਾਈਮ ਅਤੇ ਪੈਸੇ ਦੀ ਵੇਸਟੇਜ ਹੁੰਦੀ ਹੈ, ਪਰ ਸਹੀ ਨਿਰਦੇਸ਼ਨ ਜੇਕਰ ਸਾਡੀ ਡਾਇਰੈਕਸ਼ਨ ਜਾਂ ਸਹੀ ਹੈ ਤਾਂ ਸਭ ਸਾਧਨਾਂ ਦੀ ਉਚਿਤ ਵਰਤੋਂ ਨੂੰ ਸੰਭਵ ਬਣਾ ਕੇ ਸਕੂਲ ਦੇ ਹਰ ਕੰਮ ਨੂੰ ਸਫਲ ਕੀਤਾ ਜਾ ਸਕਦਾ ਹੈ। ਸੋ ਡਾਇਰੈਕਸ਼ਨ ਤੋਂ ਨੈਕਸਟ ਹੈ ਕੰਟਰੋਲਿੰਗ। ਕੰਟਰੋਲਿੰਗ ਜਿਹੜਾ ਫੋਰਥ ਫੰਕਸ਼ਨ ਹੈ ਸਕੂਲ ਦਾ, ਸਕੂਲ ਮੈਨੇਜਮੈਂਟ ਦਾ। ਕੰਟਰੋਲਿੰਗ ਇਨਵੋਲਵਸ measuring and monitoring performance, comparing result with plans and taking corrective action when required. Controlling ਕੀ ਹੈ? ਨਿਯੰਤਰਣ ਵਿੱਚ ਕੀਤੇ ਗਏ ਕੰਮ ਨੂੰ ਮਾਪਣਾ, means ਮੁਲਾਂਕਣ ਕਰਨਾ ਅਤੇ ਨਿਗਰਾਨੀ ਕਰਨਾ, ਨਤੀਜਿਆਂ ਦੀ ਯੋਜਨਾ ਨਾਲ ਤੁਲਨਾ ਕਰਨਾ ਕਿ ਜਿਹੜੀ ਵੀ ਪਲੈਨਿੰਗ ਹੈ ਉਸ ਦੇ ਮੁਤਾਬਿਕ ਕੰਮ ਦੇ ਰਿਜ਼ਲਟ ਆਏ ਹਨ ਜਾਂ ਕੰਮ ਹੋਇਆ ਹੈ ਅਤੇ ਲੋੜ ਪੈਣ ਤੇ corrective means ਸੁਧਾਰਾਤਮਕ ਕਾਰਵਾਈ ਕਰਨਾ ਸ਼ਾਮਿਲ ਹੁੰਦਾ ਹੈ। It indicates how far the goals have been achieved and to what extent there is a deviation from the plans. ਇਹ ਦਰਸਾਉਂਦਾ ਹੈ ਕਿ ਟੀਚੇ ਜਿਹੜੇ ਕਿੰਨੇ ਕੁ ਪ੍ਰਾਪਤ ਕੀਤੇ ਗਏ ਹਨ ਤੇ ਯੋਜਨਾ ਤੇ ਕਿਸ ਹੱਦ ਤੱਕ ਪਿੱਛੇ ਹਟ ਕੇ ਯੋਜਨਾ ਮੁਤਾਬਿਕ ਕੰਮ ਕੀਤਾ ਗਿਆ ਹੈ ਜਾਂ ਕਿਸ ਹੱਦ ਤੱਕ ਪਿੱਛੇ ਹਟ ਕੇ ਕੰਮ ਕੀਤਾ ਗਿਆ। The basis of control is measurement. ਕੰਟਰੋਲ ਦਾ ਜਿਹੜਾ ਆਧਾਰ ਹੈ ਉਹ measurement ਹੁੰਦੀ ਹੈ। Control deals with the difference between planned and actual performance. Control ਕੀ ਕਰਦਾ? Control ਦਾ function ਜਿਹੜਾ ਹੁੰਦਾ ਉਹਦੇ ਵਿੱਚ ਅਸੀਂ ਕੀ ਦੇਖਦੇ ਹਾਂ? Difference ਦੇਖਦੇ ਹਾਂ ਕਿ ਜਿਹੜਾ planning ਕੀਤੀ ਗਈ ਸੀ ਕਿ actual performance ਉਹਦੇ ਹਿਸਾਬ ਨਾਲ ਹੋਈ ਹੈ। Above mentioned each function plays a vital role in the school management. ਜਿੰਨੇ ਵੀ ਅਸੀਂ 4 functions discuss ਕੀਤੇ ਆ, ਇਹਨਾਂ ਚੌਵਾਂ ਦਾ ਸਕੂਲ ਮੈਨੇਜਮੈਂਟ ਦੇ ਵਿੱਚ ਬਹੁਤ ਮਹੱਤਵਪੂਰਨ ਰੋਲ ਹੁੰਦਾ ਹੈ। In the absence of any of these function, ਇਹਨਾਂ ਚੋਂ ਇੱਕ ਦੀ ਵੀ absence, the school cannot function effectively. ਇਹਨਾਂ ਵਿੱਚੋਂ ਇੱਕ ਦੀ ਵੀ absence ਹੋਣ ਦੇ ਨਾਲ ਜਾਂ ਇੱਕ function ਵੀ ਘੱਟ ਹੋਣ ਦੇ ਨਾਲ ਸਕੂਲ ਮੈਨੇਜਮੈਂਟ ਜਿਹੜਾ effectively ਕੰਮ ਨਹੀਂ ਕਰ ਸਕਦੀ। ਸੋ ਸਕੂਲ ਨਿਯੰਤਰਣ ਵਿੱਚ ਜਿਹੜਾ ਸਕੂਲ ਸੰਗਠਨ ਵਿੱਚ ਨਿਯੰਤਰਣ ਦਾ ਬਹੁਤ ਇੰਪੋਰਟੈਂਟ ਰੋਲ ਹੁੰਦਾ ਹੈ। ਕੰਟਰੋਲਿੰਗ ਦਾ ਕੰਮ ਆਮ ਤੌਰ ਤੇ ਪ੍ਰਿੰਸੀਪਲ ਜਾਂ ਇੰਸਪੈਕਟਿੰਗ ਅਫਸਰ ਵੱਲੋਂ ਕੀਤਾ ਜਾਂਦਾ ਹੈ, ਪਰ ਇਸ ਮੰਤਵ ਦੀ ਪੂਰਤੀ ਲਈ ਐਕਸਪੀਰੀਅੰਸਡ ਟੀਚਰ ਦੀ ਜਿਹੜੀ ਸਟਾਫ ਦੀ ਹੈਲਪ ਲਈ ਜਾਂਦੀ ਹੈ। ਸੋ ਨੈਕਸਟ ਅਸੀਂ ਗੱਲ ਕਰਾਂਗੇ ਪ੍ਰਿੰਸੀਪਲਸ ਆਫ ਸਕੂਲ ਮੈਨੇਜਮੈਂਟ। ਪ੍ਰਿੰਸੀਪਲਸ ਆਫ ਸਕੂਲ ਮੈਨੇਜਮੈਂਟ ਜਿਹੜਾ ਹੈ ਇਸ ਵਿੱਚ ਅਸੀਂ ਕੀ ਦੇਖਦੇ ਹਾਂ ਕਿ ਜਿਹੜੀ ਇੱਕ ਸਕੂਲ ਮੈਨੇਜਮੈਂਟ ਹੈ ਉਸਦੇ ਕੀ ਸਿਧਾਂਤ ਹੁੰਦੇ ਹਨ। Principle of school management ਦੇ ਕੀ ਸਿਧਾਂਤ ਹਨ? The policies of school have been developed according to the educational principles, government policies and goals of the school education. ਸਕੂਲ ਪ੍ਰਬੰਧਨ ਦੇ ਕੀ ਸਿਧਾਂਤ ਹੁੰਦੇ ਆ? ਸਕੂਲ ਦੀਆਂ ਨੀਤੀਆਂ,
ਵਿਦਿਅਕ ਸਿਧਾਂਤਾਂ, ਸਰਕਾਰੀ ਨੀਤੀਆਂ ਅਤੇ ਸਕੂਲ ਸਿੱਖਿਆ ਦੇ ਟੀਚਿਆਂ ਅਨੁਸਾਰ ਵਿਕਸਿਤ ਕੀਤੀਆਂ ਜਾਂਦੀਆਂ ਹਨ। Reinforce administrative organization, maintain job responsibilities and book work efficiency. Administrative organization ਨੂੰ ਹੋਰ ਮਜ਼ਬੂਤ ਬਣਾਉਣਾ, job responsibilities ਨੂੰ maintain ਰੱਖਣਾ ਅਤੇ ਕਾਰਜ ਕੁਸ਼ਲਤਾ ਨੂੰ ਵਧਾਉਣਾ। Follow a democratic approach, make personal funds, opinion, rewards and punishment public in an attempt to lead the school toward united and harmonious direction. ਇੱਕ ਡੈਮੋਕ੍ਰੈਟਿਕ ਪਹੁੰਚ ਦੀ ਪਾਲਣਾ ਕਰਨਾ। ਸਕੂਲ ਨੂੰ ਡੈਮੋਕ੍ਰੈਟਿਕ ਮੀਨਸ ਲੋਕਤੰਤਰ। ਸਕੂਲ ਨੂੰ ਏਕਤਾ ਅਤੇ ਹਾਰਮੋਨੀਅਸ ਡਾਇਰੈਕਸ਼ਨ, ਹਾਰਮੋਨੀਅਸ ਮੀਨਸ ਖੁਸ਼ੀ ਵਾਲੀ ਡਾਇਰੈਕਸ਼ਨ ਦੇ ਵਿੱਚ ਜਿਹੜੇ ਕੰਮਾਂ ਨੂੰ ਕਰਕੇ ਸਾਨੂੰ ਸੈਟਿਸਫੈਕਸ਼ਨ ਹੋ ਸਕੇ ਜਾਂ ਸਾਨੂੰ ਖੁਸ਼ੀ ਮਿਲ ਸਕੇ, ਡਾਇਰੈਕਸ਼ਨ ਵੱਲ ਲੈ ਕੇ ਜਾਣਾ। ਕਰਮਚਾਰੀ ਫੰਡ, opinion means ਦਿੱਤੇ ਗਈ opinion means ਰਾਏ, ਸਜ਼ਾ ਅਤੇ ਰਿਵਾਰਡ ਨੂੰ ਪਬਲਿਕਲੀ ਕਰਨਾ ਜਾਂ ਜਨਤਕ ਕਰਨਾ। Fourth number ਹੈ strengthen personal management, increase employees motivation, look, listen and understand more, promote a focus on mobile management. ਕਰਮਚਾਰੀਆਂ ਦੇ ਜਿਹੜੇ ਕਰਮਚਾਰੀ ਕੰਮ ਕਰਦੇ ਆ ਸਕੂਲ ਦੇ EMPLOYEES ਜਾਂ ਜਿੰਨੇ ਵੀ ਉਹਨਾਂ ਦੇ ਪ੍ਰਬੰਧਨ ਨੂੰ ਮਜ਼ਬੂਤ ਕਰਨਾ, ਮੋਟੀਵੇਟ ਕਰਨਾ, ਦੇਖਣਾ, ਸੁਣਨਾ ਅਤੇ ਸਮਝਣਾ, ਇਸ ਗੱਲ ਨੂੰ ਅੱਗੇ ਲੈ ਕੇ ਚੱਲਣਾ, ਮੋਬਾਈਲ ਮੈਨੇਜਮੈਂਟ ਤੇ ਧਿਆਨ ਕੇਂਦਰਿਤ ਕਰਨਾ। Emphasize delicate campus planning, improve working environment and inspire employees professional spirit. Delicate campus planning ਕੰਮ ਦੇ ਵਾਤਾਵਰਣ ਨੂੰ ਬਿਹਤਰ ਬਣਾਉਣਾ, ਕਰਮਚਾਰੀਆਂ ਦੀ ਪੇਸ਼ੇਵਰ ਭਾਵਨਾ ਤੇ ਜ਼ੋਰ ਦੇਣਾ। Encourage in service teacher education to improve teaching methods and counseling skills in order to more effectively implement educational functions. ਵਿਦਿਅਕ ਕਾਰਜਾਂ ਨੂੰ ਵਧੇਰੇ ਪ੍ਰਭਾਵਸ਼ਾਲੀ ਬਣਾ ਕੇ ਟੀਚਿੰਗ ਮੈਥਡਸ ਅਤੇ ਉਹਨਾਂ ਦੀ ਕਾਉਂਸਲਿੰਗ ਦੇ ਹੁਨਰ ਨੂੰ ਬਿਹਤਰ ਬਣਾਉਣ ਲਈ ਟੀਚਰਸ ਦੀ ਸਿੱਖਿਆ ਨੂੰ ਹੋਰ ਉਤਸ਼ਾਹਿਤ ਕਰਨਾ। ਇਸ ਤੋਂ ਨੈਕਸਟ ਹੈ focus on teachers sense of humor and responsibility. Teachers ਦੇ sense of humor ਤੇ ਉਹਨਾਂ ਦੀਆਂ ਜ਼ਿੰਮੇਵਾਰੀਆਂ ਤੇ ਧਿਆਨ ਕੇਂਦਰਿਤ ਕਰਨਾ। Enhance teaching equipments and make good use of social resources in order to create modern developed citizens. ਜਿਹੜੀ modern well developed citizens create ਕਰਨ ਲਈ ਸਿੱਖਿਆ ਉਪਕਰਨਾਂ ਤੇ ਸਮਾਜਿਕ ਸਾਧਨਾਂ ਦੀ ਚੰਗੀ ਵਰਤੋਂ ਕਰਨੀ। Focus on planning and delivery of special education services. ਵਿਸ਼ੇਸ਼ ਸਿੱਖਿਆ ਸੇਵਾਵਾਂ ਅਤੇ ਯੋਜਨਾਬੰਦੀ ਤੇ ਔਰ ਉਹਨਾਂ ਦੀ ਡਿਲੀਵਰੀ ਸਪੁਰਦਗੀ ਤੇ ਧਿਆਨ ਕੇਂਦਰਿਤ ਕਰਨਾ। Strengthen life education, moral education and traffic safety education in order to develop a harmonious atmosphere. ਸਦਭਾਵਨਾ ਵਾਲਾ ਮਾਹੌਲ ਵਿਕਸਿਤ ਕਰਨਾ, ਲਾਈਫ ਐਜੂਕੇਸ਼ਨ, ਨੈਤਿਕ ਸਿੱਖਿਆ ਅਤੇ ਜੀਵਨ ਸਿੱਖਿਆ, ਨੈਤਿਕ ਸਿੱਖਿਆ ਅਤੇ ਟ੍ਰੈਫਿਕ ਸੁਰੱਖਿਆ ਦੀ ਸਿੱਖਿਆ ਨੂੰ ਮਜ਼ਬੂਤ ਕਰਨਾ। Develop good relationships with communities, make use of social resources and continue school development in order to make a center of community development. Community ਦੇ ਨਾਲ ਚੰਗੇ ਸੰਬੰਧ ਸਥਾਪਿਤ ਕਰਨਾ ਹੈ। Community ਕੀ ਹੈ? ਸਾਡਾ ਸਮਾਜਿਕ ਸਾਧਨਾਂ ਦੀ ਵਰਤੋਂ ਅਤੇ ਸਕੂਲ ਨੂੰ ਕਮਿਊਨਿਟੀ ਦੇ ਵਿਕਾਸ ਦਾ ਕੇਂਦਰ ਬਣਾਉਣ ਲਈ ਸਕੂਲ ਦੇ ਵਿਕਾਸ ਨੂੰ ਜਾਰੀ ਰੱਖਣਾ। ਸੋ ਇਹ ਸਾਰੇ ਜਿਹੜੇ ਆਪਾਂ ਪ੍ਰਿੰਸੀਪਲਸ ਡਿਸਕਸ ਕੀਤੇ ਹੈ ਉਹ ਸਿਧਾਂਤ ਹਨ ਜੋ ਇੱਕ ਸਿੱਖਿਆ ਅਦਾਰੇ ਨੂੰ ਸੰਗਠਿਤ ਕਰਨ ਲਈ ਇੱਕ ਚੰਗੀ ਮੈਨੇਜਮੈਂਟ ਫੋਲੋ ਕਰਕੇ ਵਧੀਆ ਸਕੂਲ ਦਾ ਨਿਰਮਾਣ ਹੁੰਦਾ ਹੈ। ਸੋ ਅੱਜ ਦੇ ਸਕੂਲ ਮੈਨੇਜਮੈਂਟ ਦੇ ਵਿੱਚ ਜੋ ਵੀ ਅਸੀਂ ਕੁਝ ਦੇਖਿਆ, ਇੱਕ ਅੱਛੀ ਸਕੂਲ ਮੈਨੇਜਮੈਂਟ ਲਈ ਕੀ ਜ਼ਰੂਰੀ ਹੈ, ਤੋ ਉਸ ਦੇ ਨਾਲ ਹੁਣ ਅਸੀਂ ਐਂਡ ਤੇ ਕਨਕਲੂਜਨ ਕੀ ਕੱਢਦੇ ਹਾਂ। ਇਨ all schools management system is bring a great difference in the lives of student, teachers, parents and the administration. Good management offers better productivity and hence more progress towards development. In all school management system, ਸਾਰੇ ਸਕੂਲਾਂ ਦੇ ਵਿੱਚ ਪ੍ਰਬੰਧਨ ਪ੍ਰਣਾਲੀ ਆਉਣ ਕਰਕੇ ਇੱਕ ਪ੍ਰਬੰਧਨ ਪ੍ਰਣਾਲੀ ਕੀ ਸਕੂਲ ਮੈਨੇਜਮੈਂਟ ਸਿਸਟਮ, ਜਦੋਂ ਸਕੂਲ ਮੈਨੇਜਮੈਂਟ ਸਿਸਟਮ ਪ੍ਰਣਾਲੀ ਆ ਗਈ ਮੀਨਸ ਲਾਈਫ, ਟੀਚਰ ਲਾਈਫ ਔਰ ਜਿਹੜੇ ਪੇਰੈਂਟਸ ਦੀਆਂ ਲਾਈਫ ਸਨ,
किस और एडमिनिस्ट्रेशन विच बहुत वड्डे फर्क देखे गए हैं। चंगी मैनेजमेंट नाल बेटर प्रोडक्टिविटी हुंदी है ते डेवलपमेंट हुंदी है और होर भी प्रोग्रेसिव हुंदी है। बेटर प्रोडक्टिविटी तो की भाव है साडे जिहड़े स्टूडेंट्स हैं, साडे स्टूडेंट्स साडी बेटर प्रोडक्टिविटी है, साडी प्रोडक्शन है। जिन्ना वधिया एडमिनिस्ट्रेशन, टीचिंग स्टाफ, मैनेजमेंट, फैसिलिटीज, इंफ्रास्ट्रक्चर, ये सारा कुछ जिन्ना वधिया एक स्कूल दे विच मैनेज्ड तरीके नाल होएगा, उसी तरह साडी ਜਿਹੜੀ ਉਨੀ ਵਧੀਆ ਹੀ ਪ੍ਰੋਡਕਟਿਵਿਟੀ ਮੀਨਸ ਸਾਡੇ ਸਟੂਡੈਂਟਸ ਉਨੀ ਹੀ ਬੈਟਰ ਤਰੀਕੇ ਨਾਲ ਬੈਟਰ ਐਜੂਕੇਸ਼ਨ ਲੈ ਸਕਦੇ ਹਨ। ਸੋ ਸਕੂਲ ਮੈਨੇਜਮੈਂਟ ਜੋ ਹੈ ਬਹੁਤ ਹੀ ਇੱਕ ਮਹੱਤਵਪੂਰਨ ਰੋਲ ਪਲੇ ਕਰਦੀ ਹੈ ਇੱਕ ਸਕੂਲ ਪ੍ਰਬੰਧਨ ਨੂੰ ਚਲਾਉਣ ਦੇ ਲਈ। ਸੋ ਇਹ ਸੀ ਅੱਜ ਦਾ ਸਾਡਾ ਟੌਪਿਕ ਸਕੂਲ ਮੈਨੇਜਮੈਂਟ, ਜਿਹੜਾ ਕਿ ਟੀਚਰ ਟ੍ਰੇਨਿੰਗ ਦੇ ਸਟੂਡੈਂਟਸ ਲਈ ਸੀਗਾ। ਹੋਪਫੁਲੀ ਸਾਰਿਆਂ ਨੂੰ ਸਮਝ ਆਇਆ ਹੋਏਗਾ। ਹੁਣ ਸਾਡਾ ਨੈਕਸਟ ਕੁਐਰੀ ਸੈਸ਼ਨ ਹੈ ਜਿਹਦੇ ਵਿੱਚ ਅਸੀਂ ਸਟੂਡੈਂਟਸ ਦੀਆਂ ਕੁਐਰੀਜ਼ ਲਵਾਂਗੇ। अगर किसी स्टूडेंट ने कुछ पूछना है या कोई क्वेरी करनी है तो अपना हैंड रेज करके टर्न बाय टर्न अपने आप को अनम्यूट करके पूछ सकते हो। एनी क्वेरी प्लीज। किसी स्टूडेंट ने अगर कुछ पूछना है तो पूछ सकते हो। हेलो, हेलो, किसी स्टूडेंट दी कोई क्वेरी है, अगर कोई पूछ गिछ करना चाहते हो अपने टॉपिक दे रिगार्डिंग तो पूछ सकते हो। ਮੈਨੂੰ ਲੱਗਦਾ ਕਿਸੇ ਦੀ ਕੋਈ ਕੁਐਰੀ ਨਹੀਂ ਹੈਗੀ, तो ਆਪਾਂ ਗੱਲ ਕਰ ਲੈਣੇ ਮਿਸ਼ਨ ਫਤਿਹ ਦੀ। COVID-19 ਦੇ ਵਿੱਚ ਜਿਹੜੇ ਅਸੀਂ ਮਿਸ਼ਨ ਫਤਿਹ ਦੀ ਗੱਲ ਕਰੀਏ ਤਾਂ ਆਪਾਂ ਤਾਂ ਹੀ ਫਤਿਹ ਪਾ ਸਕਦੇ ਹਾਂ ਜੇ ਅਸੀਂ stay home कर रहिए, सुरक्षित रहिए। Stay home, stay safe, wash or sanitize your hands in every 15-20 minutes. Wear mask when go outside, ਜਦੋਂ ਵੀ ਬਾਹਰ ਜਾਓ ਆਪਣਾ ਮਾਸਕ ਪਹਿਨ ਕੇ ਜਾਓ। Maintain social distancing. Social distancing ਨੂੰ maintain ਰੱਖੋ। If you have cough and fever, consult your physician. Install COVA app on your mobile phones to get information about the pandemic and the safety measures. Stay at home to break the chain of COVID-19, avoid large crowds. So ਅੱਜ ਦੇ ਇਸ ਟੌਪਿਕ ਦੇ ਨਾਲ ਹੀ ਮੈਂ ਸਭ ਦਾ ਥੈਂਕ ਯੂ ਕਰਦੀ ਹਾਂ ਸਾਰੇ ਪਾਰਟਿਸਿਪੈਂਟਸ ਦਾ। ਹਾਂਜੀ, ਹੈਲੋ। ਹਾਂਜੀ ਮੈਮ, ਉਪਾਸਨਾ ਬੋਲ ਰਹੀ ਹਾਂ ਜੀ। ਉਪਾਸਨਾ ਮੈਮ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਮੈਮ। ਤੁਹਾਡਾ ਟੌਪਿਕ ਬੜਾ ਵਧੀਆ ਸੀਗਾ। ਮੈਨੂੰ ਇਹ ਲੱਗਦਾ ਹੈਗਾ ਸੀਗਾ ਕਿ ਜਿਸ ਤਰ੍ਹਾਂ ਨਾ ਸਾਡੀ ਆਪਣੀ ਵੀ ਰਿਵੀਜ਼ਨ ਹੋ ਰਹੀ ਹੈ, ਅਸੀਂ ਖੁਦ ਵੀ ਪੜ੍ਹ ਰਹੇ ਹਾਂ ਨਾਲ ਨਾਲ, ਕਿਉਂਕਿ ਅਸੀਂ ਚਾਹੁੰਦੇ ਸੀ ਵੀ ਟਾਈਮ ਦੇ ਨਾਲ ਅਸੀਂ ਵੀ ਅਪਡੇਟ ਹੋ ਜਾਈਏ। ਜੇ ਅਸੀਂ ਅਪਡੇਟ ਹੋਵਾਂਗੇ ਤਦ ਹੀ ਬੱਚਿਆਂ ਨੂੰ ਅਸੀਂ ਅਪਡੇਟ ਕਰ ਪਾਵਾਂਗੇ। ਤੇ ਜਿਹੜੇ ਨਵੇਂ ਅਸੀਂ ਇੰਸਟ੍ਰਕਟਰ ਕ੍ਰੀਏਟ ਹੋ ਰਹੇ ਨੇ ਹਰ ਸਾਲ TTC ਦੇ ਵਿੱਚ, ਤੇ ਉਹਨਾਂ ਲਈ ਵੀ ਬੜਾ ਵਧੀਆ ਹੈ। ਜਿਸ ਤਰ੍ਹਾਂ ਲੋਕਡਾਊਨ ਹੋ ਗਿਆ, ਉਹਨਾਂ ਦਾ ਸਿਲੇਬਸ ਸੀਗਾ ਕਿ ਪਿੱਛੇ ਰਹਿ ਜਾਏਗਾ। ਤੁਸੀਂ ਸਾਰਿਆਂ ਨੇ ਮਿਹਨਤ ਕਰਕੇ POT ਦਾ ਸਬਜੈਕਟ ਲੈ ਕੇ ਆਏ ਹੋ। ਥੈਂਕ ਯੂ, ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਤੁਹਾਡਾ ਮੈਮ, ਤੁਹਾਡੀ ਮੋਟੀਵੇਸ਼ਨ ਦੇ ਲਈ, ਤੁਹਾਡੀ ਐਨਕਰੇਜਮੈਂਟ ਦੇ ਲਈ, ਜਿਹੜੇ ਸਾਨੂੰ ਸਾਡੇ ਟਰੈਕ ਤੋਂ ਹਟ ਕੇ ਸਾਨੂੰ ਪੜ੍ਹਾਉਣ ਲਈ ਜਿਨ੍ਹਾਂ ਨੇ ਪ੍ਰੇਰਿਤ ਕੀਤਾ। ਔਰ ਅਸੀਂ ਹੋਪਫੁਲੀ ਵਧੀਆ ਤਰੀਕੇ ਦੇ ਨਾਲ ਇਹ ਵੀ ਜ਼ਿੰਮੇਵਾਰੀ ਨਿਭਾ ਰਹੇ ਹਾਂ। ਜਦਕਿ ਸਾਡੀ ਟ੍ਰੇਡ ਨਹੀਂ ਹੈਗੀ POT, ਬਟ ਫਿਰ ਵੀ ਸਾਨੂੰ ਬਹੁਤ ਅੱਛਾ ਲੱਗਦਾ ਹੈ ਜਿਹੜਾ POT ਦੇ ਸਟੂਡੈਂਟਸ ਨੂੰ ਜਾਂ ਟੀਚਰ ਟ੍ਰੇਨਿੰਗ ਦੇ ਸਟੂਡੈਂਟਸ ਨੂੰ ਪੜ੍ਹਾ ਕੇ। ਬਹੁਤ ਅੱਛਾ ਲੱਗਾ ਲੈਕਚਰ, ਮੈਨੂੰ ਖੁਦ ਨੂੰ ਵੀ ਵਧੀਆ ਲੱਗਦਾ। ਸੋ ਥੈਂਕ ਯੂ ਸੋ ਮਚ ਮੈਮ। ਤੁਸੀਂ ਸਾਰੇ ਹੀ ਬਹੁਤ ਕੈਪੇਬਲ ਹੋ, ਬਹੁਤ ਵਧੀਆ ਹੋ, ਬਹੁਤ ਵਧੀਆ। ਥੈਂਕ ਯੂ ਸੋ ਮਚ ਮੈਮ। ਥੈਂਕ ਯੂ ਮੈਮ, ਥੈਂਕ ਯੂ। ਗੁੱਡ ਆਫਟਰਨੂਨ ਪ੍ਰਵੀਨ ਮੈਮ। ਮੈਮ ਬਹੁਤ ਵਧੀਆ ਲੈਕਚਰ ਸੀ ਤੁਹਾਡਾ। ਮਤਲਬ ਐਸਾ ਲੱਗਦਾ ਹੈ ਕਿ ਮੈਮ ਬੋਲ ਰਹੇ ਹੋ। ਹਾਂਜੀ ਹਾਂਜੀ ਮੈਮ। ਗੁੱਡ ਆਫਟਰਨੂਨ ਮੈਮ, ਥੈਂਕ ਯੂ ਜੀ, ਥੈਂਕ ਯੂ ਸੋ ਵੈਰੀ ਮਚ। ਜਿੱਦਾਂ ਉਪਾਸਨਾ ਮੈਮ ਕਹਿ ਰਹੇ ਹੈ ਨਾ ਕਿ ਆਪਣੇ ਆਪ ਨੂੰ, ਸਾਨੂੰ ਖੁਦ ਨੂੰ ਵੀ ਬੜਾ ਕੁਝ ਸਿੱਖਣ ਨੂੰ ਮਿਲਦਾ ਹੈ। ਸਿੱਖਣ ਨੂੰ ਮਿਲ ਰਿਹਾ ਜੀ, ਬਿਲਕੁਲ। ਹੁਣ ਲੱਗਦਾ ਕਿ ਆਪਾਂ ਸਾਰਾ ਕੁਝ ਕਰ ਸਕਦੇ ਹਾਂ ਕਿ ਕਟਿੰਗ ਸਿਵਿੰਗ ਦੇ ਇੰਸਟ੍ਰਕਟਰ ਹੋਣ ਦੇ ਨਾਲ ਨਾਲ ਅਸੀਂ ਟੀਚਰ ਟ੍ਰੇਨਿੰਗ, ਜਦਕਿ ਸਾਡਾ ਇਹ ਸਬਜੈਕਟ ਨਹੀਂ ਹੈਗਾ ਔਰ ਨਾ ਹੀ ਮੈਂ ਖੁਦ ਇਹ ਟੀਚਰ ਟ੍ਰੇਨਿੰਗ ਪੜ੍ਹੀ ਹੋਈ ਹਾਂ, ਬਿਕੋਜ਼ ਮੈਂ ਡਿਪਲੋਮਾ ਹੋਲਡਰ ਹੋਣ ਕਰਕੇ ਇਹਨਾਂ ਸਾਰਿਆਂ ਚੋਂ ਨਹੀਂ ਲੰਗੀ। ਬਟ ਈਵਨ ਦੈਨ ਮੈਨੂੰ ਬਹੁਤ ਅੱਛਾ ਲੱਗਾ ਟੀਚਰ ਟ੍ਰੇਨਿੰਗ ਦਾ ਸਬਜੈਕਟ ਪੜ੍ਹਾ ਕੇ, ਬਹੁਤ ਵਧੀਆ ਫੀਲ ਹੋ ਰਿਹਾ। ਥੈਂਕ ਯੂ ਸੋ ਮਚ ਮੈਮ। ਖੁਦ ਨੂੰ ਵੀ ਸਿੱਖਣ ਨੂੰ ਬਹੁਤ ਕੁਝ ਹੈ ਮੈਮ, ਹੈ ਨਾ ਜੀ ਮੈਮ, ਜੀ ਬਿਲਕੁਲ। ਠੀਕ ਹੈ ਮੈਮ, ਥੈਂਕ ਯੂ ਜੀ। ਥੈਂਕ ਯੂ ਜੀ, ਥੈਂਕ ਯੂ ਸੋ ਮਚ ਮੈਮ।
ਐਨੀਬਡੀ ਐਲਸ ਜੇ ਕੁਝ ਕਹਿਣਾ ਹੋਵੇ ਤਾਂ ਪੁੱਛ ਸਕਦੇ ਹੋ ਜਾਂ ਕੁਝ ਕਹਿਣਾ ਹੋਵੇ ਤਾਂ ਕਹਿ ਸਕਦੇ ਹੋ। ਕਿਸੇ ਸਟੂਡੈਂਟ ਦੀ ਕੋਈ ਕੁਐਰੀ ਹੈ? I think ਕਿਸੇ ਦੀ ਕੁਐਰੀ ਨਹੀਂ ਹੈ। जी सर, जी सर। शुड वी एंड? ठीक है, थैंक यू सर। ठीक है, थैंक यू जी, थैंक यू हरप्रीत सर, ਤੁਹਾਡਾ ਵੀ ਬਹੁਤ ਬਹੁਤ ਥੈਂਕ ਯੂ ਕੋਆਰਡੀਨੇਟ ਕਰਨ ਲਈ।